ਖਾਸ ਤੌਰ ਤੇ ਕਿਹੜੇ ਕੇਸਿਸ ਜਿਹੜੇ ਹੈਗੇ ਤੁਸੀਂ ਇਹ 2 ਸਾਲ ਦੇ ਟੈਨਿਓਰ ਦੇ ਵਿੱਚ ਦੇਖੇ ਸਮਝੇ ਤੇ ਉਹਨਾਂ ਨੂੰ ਸੋਲਵ ਕੀਤਾ? ਪਹਿਲੀ ਗੱਲ ਤੇ ਮੈਂ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਪੰਜਾਬ ਦੇ ਅੰਦਰ ਇੰਨੇ ਜ਼ਿਆਦਾ ਜਿਹੜੇ ਨੇ ਕੇਸਿਸ ਹੋ ਸਕਦੇ ਨੇ ਇਸ ਤਰੀਕੇ ਦੇ ਕਿ ਵਿਮਨ ਨੂੰ ਲੈ ਕੇ ਜਿੰਨੇ ਵਿਰਧ ਆਸ਼ਰਮ ਵੱਧਦੇ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਐਲਡਰਸ ਦੀ ਉਨੀ ਜ਼ਿਆਦਾ ਇੱਜ਼ਤ ਘਰਾਂ ਦੇ ਅੰਦਰ ਘਟ ਰਹੀ ਹੈ। ਕਿਸ ਤਰ੍ਹਾਂ ਦੇ ਕੇਸਿਸ ਜਿਹੜੇ ਹੈਗੇ ਡੋਮੈਸਟਿਕ ਵਾਇਲੈਂਸ ਦੇ ਖਾਸ ਤੌਰ ਤੇ ਜੇ ਅਸੀਂ ਸਟਾਰਟਿੰਗ ਪੁਆਇੰਟ ਤੇ ਕਰੀਏ? ਲੇਡੀ ਦੀ ਪ੍ਰੋਬਲਮ ਹੁੰਦੀ ਹੈ ਕਿ ਮੈਂ ਇੰਨੀ ਐਜੂਕੇਸ਼ਨ ਕੀਤੀ ਹੈ, ਮੈਂ ਵੀ ਇੱਕ ਅੱਛਾ ਕੈਰੀਅਰ ਬਣਾਇਆ ਹੈ, ਮੈਂ ਕਿਉਂ ਕਰਾਂ ਕੰਪਰੋਮਾਈਜ਼ ਤੇ ਤੂੰ ਨੌਕਰੀ ਛੱਡ ਦੇ। ਯਾਨੀ ਇਹੀ ਰੀਜ਼ਨ ਮੋਸਟਲੀ? ਨੋ ਓਕੇ, ਇਹ ਵਨ ਆਫ ਦਾ ਰੀਜ਼ਨ, ਵਨ ਆਫ ਦਾ ਰੀਜ਼ਨ ਹੈ। ਜਿੱਥੇ ਹਸਬੈਂਡ ਐਂਡ ਵਾਈਫ ਦੀ ਕਮਿਊਨੀਕੇਸ਼ਨ ਘੱਟ ਹੈ ਉੱਥੇ ਪ੍ਰੋਬਲਮਸ ਆਣਗੀਆਂ ਹੀ ਆਣਗੀਆਂ। ਪੰਜਾਬ ਦੇ ਵਿੱਚ ਮਹਿਲਾ ਅਧਿਕਾਰਾਂ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਲਗਾਤਾਰ ਕੰਮ ਕਰ ਰਹੀ ਹੈ। ਜੇ ਅਸੀਂ ਗੱਲ ਕਰ ਲਈਏ ਪਿਛਲੇ ਸਾਲਾਂ ਦਾ, ਕਈ ਇਸ ਤਰ੍ਹਾਂ ਦੇ ਕੇਸਿਸ ਸਾਹਮਣੇ ਆਉਂਦੇ ਨੇ ਜਿਸ ਨੂੰ ਲੈ ਕੇ ਮਹਿਲਾ ਕਮਿਸ਼ਨ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਕਿਹੜੇ ਇਸ ਤਰ੍ਹਾਂ ਦੇ ਕੇਸਿਸ ਹੈ ਜਿਨ੍ਹਾਂ ਦੇ ਵਿੱਚ ਇਜ਼ਾਫਾ ਹੋਇਆ ਹੈ? ਕਿਸ ਤਰ੍ਹਾਂ ਦੇ ਕੇਸਿਸ ਮਹਿਲਾ ਕਮਿਸ਼ਨ ਕੋਲ ਆਉਂਦੇ ਆ? ਅੱਜ ਅਸੀਂ ਕੋਸ਼ਿਸ਼ ਕਰਾਂਗੇ ਜਾਣਨ ਦੀ, ਔਰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਜੀ ਵੀ ਸਾਡੇ ਨਾਲ ਮੌਜੂਦ ਹੈ, ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅਸੀਂ ਲਗਾਤਾਰ ਦੇਖਦੇ ਹਾਂ ਜਦ ਵੀ ਇਹਨਾਂ ਦੇ ਆਫਿਸ ਆਉਂਦੇ ਆ ਤਾਂ ਬਹੁਤ ਜ਼ਿਆਦਾ ਲੰਬੀ ਲਾਈਨਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਂਦੀ ਹੈ। ਕੋਈ ਡੋਮੈਸਟਿਕ ਵਾਇਲੈਂਸ ਦਾ ਕੇਸਿਸ ਹੈ, ਕੋਈ ਲਿਵਿੰਗ ਰਿਲੇਸ਼ਨ ਦਾ ਕੇਸਿਸ ਨੂੰ ਲੈ ਕੇ ਜਿਹੜਾ ਹੈਗਾ ਮਹਿਲਾਵਾਂ ਇੱਥੇ ਪਹੁੰਚ ਰਹੀਆਂ। ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਹੈ ਜਿਸ ਨੂੰ ਲੈ ਕੇ ਲਗਾਤਾਰ ਹੈਂਡਲ ਕੀਤਾ ਜਾਂਦਾ ਹੈ। ਰਾਜ ਲਾਲੀ ਗਿੱਲ ਜੀ ਸਾਡੇ ਨਾਲ ਨੇ। ਮੈਮ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ। ਥੈਂਕ ਯੂ ਮੈਮ, ਕਿਉਂਕਿ ਅਸੀਂ ਦੇਖ ਰਹੇ ਹਾਂ ਤੁਹਾਡਾ 2 ਇਅਰਸ ਕੰਪਲੀਟ ਹੋ ਚੁੱਕੇ ਨੇ ਔਰ ਜਦ ਵੀ ਅਸੀਂ ਆਉਂਦੇ ਹਾਂ ਬਹੁਤ ਲੰਬੀ ਲਾਈਨਾਂ ਲੱਗੀ ਹੁੰਦੀਆਂ ਔਰ ਤੁਸੀਂ ਸਾਰਿਆਂ ਨੂੰ ਹੈਂਡਲ ਕਰਦੇ ਆ। ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕੇਸਿਸ ਜਿਹੜੇ ਹੈਗੇ, ਹਾਲਾਂਕਿ ਤੁਸੀਂ ਕਾਫੀ ਕੇਸਿਸ ਹੈਂਡਲ ਕਰਦੇ ਹੋ, ਕੰਪਰੋਮਾਈਜ਼ ਵੀ ਹੁੰਦਾ ਹੈ, ਕਈ ਇਸ ਤਰ੍ਹਾਂ ਦੀ ਲੀਗਲੀ ਚੀਜ਼ਾਂ ਹੁੰਦੀ ਹੈ। ਖਾਸ ਤੌਰ ਤੇ ਕਿਹੜੇ ਕੇਸਿਸ ਜਿਹੜੇ ਹੈਗੇ ਤੁਸੀਂ ਇਹ 2 ਸਾਲ ਦੇ ਟੈਨਿਓਰ ਦੇ ਵਿੱਚ ਦੇਖੇ ਸਮਝੇ ਤੇ ਉਹਨਾਂ ਨੂੰ ਸੋਲਵ ਕੀਤਾ? ਦੇਖੋ, ਜੋ ਤਾਂ ਮੈਂ ਕਮਿਸ਼ਨ ਦੇ ਵਿੱਚ ਆਪਣੀ ਰਿਸਪੌਂਸਿਬਿਲਿਟੀ ਸੰਭਾਲੀ ਹੈ, ਪਹਿਲੀ ਗੱਲ ਤੇ ਮੈਂ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਪੰਜਾਬ ਦੇ ਅੰਦਰ ਇੰਨੇ ਜ਼ਿਆਦਾ ਜਿਹੜੇ ਨੇ ਕੇਸਿਸ ਹੋ ਸਕਦੇ ਨੇ ਇਸ ਤਰੀਕੇ ਦੇ ਕਿ ਵਿਮਨ ਨੂੰ ਲੈ ਕੇ। ਤੇ ਪਰ ਸਰਪ੍ਰਾਈਜ਼ਿੰਗਲੀ ਮੇਰੇ ਕੋਲ ਜਿਹੜੇ ਸਭ ਤੋਂ ਜ਼ਿਆਦਾ ਕੇਸਿਸ ਆ ਰਹੇ ਨੇ ਉਹ ਹੈਗੇ ਨੇ ਡੋਮੈਸਟਿਕ ਵਾਇਲੈਂਸ ਦੇ। ਐਂਡ ਸੈਕੰਡ ਕੈਟਾਗਰੀ ਆ ਰਹੀ ਹੈ ਲਿਵ ਇਨ ਰਿਲੇਸ਼ਨਸ਼ਿਪ ਦੀ, ਔਰ ਥਰਡ ਕੈਟਾਗਰੀ ਜਿਹੜੀ ਆ ਰਹੀ ਹੈ ਉਹ ਐਲਡਰਸ ਦੀ। ਓਕੇ, ਕਿ ਬੱਚੇ ਜਿਹੜੇ ਨੇ ਉਹਨਾਂ ਤੋਂ ਸਾਰੇ ਪੈਸੇ ਲੈ ਲਏ, ਪ੍ਰਾਪਰਟੀ ਲੈ ਲਈ, ਉਦੋਂ ਬਾਅਦ ਉਹਨਾਂ ਨੂੰ ਦੇਖਭਾਲ ਨਹੀਂ ਕਰ, ਉਹਨੂੰ ਘਰੋਂ ਕੱਢ ਦਿੰਦੇ ਨੇ। ਇਹ ਬਹੁਤ ਸਾਰੀ ਕੇਸਿਸ, ਬਹੁਤ ਜ਼ਿਆਦਾ ਕੇਸਿਸ ਨੇ। ਇਹਦਾ ਪਤਾ ਕਿਵੇਂ ਲੱਗਦਾ ਹੁੰਦਾ ਜ਼ਿਆਦਾਤਰ ਕਿ ਪੰਜਾਬ ਦੇ ਅੰਦਰ ਪਹਿਲਾਂ ਕੁਝ ਸਾਲ ਪਹਿਲਾਂ, ਆਈ ਵੁੱਡ ਸੇ ਕਿ ਮੇਬੀ 15-20 ਇਅਰਸ ਬੈਕ, ਜਿਹੜੇ ਵਿਰਧ ਆਸ਼ਰਮ ਸੀ ਨਾ ਉਹ ਕੋਈ ਸੀਗੇ। ਮੈਂ ਕਿਹਾ ਗਿਣਵੇਂ ਚੁਣਵੇਂ ਹੋਣਗੇ, ਬਹੁਤ ਲਿਮਿਟਿਡ ਸੀਗੇ, ਜ਼ਿਆਦਾ ਤੋਂ ਜ਼ਿਆਦਾ 15-20 ਹੋਣਗੇ ਇਸ ਤਰ੍ਹਾਂ। ਬਿਲਕੁਲ ਅੱਜ 1500 ਤੋਂ ਉੱਤੇ ਨੇ, ਬਹੁਤ ਜ਼ਿਆਦਾ ਮੇਰੇ ਕੋਲ ਇਸ ਤੋਂ ਵੀ ਜ਼ਿਆਦਾ ਨੇ, ਬਹੁਤ ਜ਼ਿਆਦਾ ਗਿਣਤੀ ਵਧੀ ਹੈ। ਜਿੰਨੇ ਵਿਰਧ ਆਸ਼ਰਮ ਵੱਧਦੇ ਜਾਂਦੇ ਨੇ ਇਹਦਾ ਮਤਲਬ ਤੁਹਾਡੇ ਐਲਡਰਸ ਦੀ ਉਨੀ ਜ਼ਿਆਦਾ ਇੱਜ਼ਤ ਘਰਾਂ ਦੇ ਅੰਦਰ ਘਟ ਰਹੀ ਹੈ। ਬਿਲਕੁਲ, ਐਗਜ਼ੈਕਟਲੀ। ਇਹ ਕੇਸਿਸ ਸਾਡੇ ਕੋਲ ਬਹੁਤ ਜ਼ਿਆਦਾ ਨੇ ਮੈਮ। ਲੇਕਿਨ ਇਹਦੇ ਵਿੱਚ ਬਹੁਤ ਇੰਪੋਰਟੈਂਟ ਇਹ ਹੈ ਕਿਉਂਕਿ ਤੁਸੀਂ ਕੈਟਾਗਰੀਜ਼ ਵਾਈਜ਼ ਡੋਮੈਸਟਿਕ ਵਾਇਲੈਂਸ ਦੀ ਅਸੀਂ ਗੱਲ ਕਰ ਲਈਏ, ਕਿਸ ਤਰ੍ਹਾਂ ਦੇ ਕੇਸਿਸ ਜਿਹੜੇ ਹੈਗੇ ਡੋਮੈਸਟਿਕ ਵਾਇਲੈਂਸ ਦੇ ਖਾਸ ਤੌਰ ਤੇ ਜੇ ਅਸੀਂ ਸਟਾਰਟਿੰਗ ਪੁਆਇੰਟ ਤੇ ਕਰੀਏ? ਦੇਖੋ, ਮੈਨੂੰ ਜਿੱਦਾਂ ਲੱਗਦਾ ਨਾ ਕਿ ਆਪਣੀ ਹਸਬੈਂਡ ਵਾਈਫ ਦੀ ਕੁਝ ਕਲੈਸ਼ਸ ਹੋਣੇ ਸ਼ੁਰੂ ਹੋ ਜਾਂਦੇ ਨੇ, ਇੰਟਰਸਟ ਜਿਹੜੇ ਖਤਮ ਹੋ ਜਾਂਦੇ ਨੇ। ਜਿੱਦਾਂ ਕਿ ਵਾਈਫ ਵੀ ਕਮਾ ਰਹੀ ਹੈ, ਕੰਮ ਕਰ ਰਹੀ ਹੈ, ਹਸਬੈਂਡ ਵੀ ਕੰਮ ਕਰ ਰਹੇ ਨੇ, ਤੇ ਘਰ ਦੇ ਅੰਦਰ ਵਾਪਸ ਆ ਕੇ ਜਿਹੜੇ ਬੱਚੇ ਨੇ ਉਹ ਨਿਗਲੈਕਟ ਵੀ ਹੋ ਰਹੇ ਨੇ ਬਹੁਤ ਜ਼ਿਆਦਾ। ਤੇ ਹਸਬੈਂਡ ਦੀ ਹਮੇਸ਼ਾ ਇਹ ਹੋਏਗਾ ਕਿ ਤੂੰ ਨੌਕਰੀ ਛੱਡ ਦੇ, ਤੂੰ ਨਹੀਂ ਕਰ, ਤੂੰ ਸਿਰਫ ਘਰ ਸੰਭਾਲ। ਲੇਡੀ ਦੀ ਪ੍ਰੋਬਲਮ ਹੁੰਦੀ ਹੈ ਕਿ ਮੈਂ ਇੰਨੀ ਐਜੂਕੇਸ਼ਨ ਕੀਤੀ ਹੈ, ਮੈਂ ਵੀ ਇੱਕ ਅੱਛਾ ਕੈਰੀਅਰ ਬਣਾਇਆ ਹੈ, ਮੈਂ ਕਿਉਂ ਕਰਾਂ ਕੰਪਰੋਮਾਈਜ਼ ਤੇ ਤੂੰ ਨੌਕਰੀ ਛੱਡ ਦੇ। ਯਾਨੀ ਇਹੀ ਰੀਜ਼ਨ ਮੋਸਟਲੀ? ਨੋ ਇਹ ਵਨ ਆਫ ਦਾ ਰੀਜ਼ਨ ਹੈ। ਓਕੇ। ਐਂਡ ਸੈਕੰਡ ਰੀਜ਼ਨ ਇਹ ਹੈਗਾ, ਇੱਕ ਨਾ ਮਾਈਕਰੋ ਫੈਮਲੀਜ਼ ਹੋ ਗਈਆਂ ਹੁਣ। ਪਹਿਲਾਂ ਤਾਂ ਜੁਆਇੰਟ ਫੈਮਲੀਜ਼ ਹੁੰਦੀਆਂ ਸੀਗੀਆਂ, ਬੱਚੇ ਵੀ ਪਲਦੇ ਸੀਗੇ ਬੜੇ ਤਰੀਕੇ ਦੇ ਨਾਲ। ਤੇ ਹੁਣ ਜਿਹੜਾ ਮੇਜਰ ਇਸ਼ੂ ਇਹਨਾਂ 'ਚ ਆ ਰਿਹਾ ਉਹ ਇਹ ਹੈ ਕਿ ਲੇਡੀਜ਼ ਮੇਰੇ ਕੋਲ ਆਉਂਦੀਆਂ ਨੇ ਕਿ ਮੇਰੇ ਹਸਬੈਂਡ ਦੇ ਜਿੱਥੇ ਕੰਮ ਕਰ ਰਿਹਾ ਉੱਥੇ ਕਿਸੇ ਹੋਰ ਲੇਡੀ ਦੇ ਨਾਲ ਰਿਲੇਸ਼ਨ ਬਣ ਗਏ ਨੇ। ਇਹ ਵੀ ਵਨ ਆਫ ਦਾ ਰੀਜ਼ਨ, ਮੇਜਰ ਰੀਜ਼ਨ। ਅੱਛਾ। ਸੋ ਉਹ ਕਹਿੰਦੀ ਹੈ ਕਿ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਹੈ? ਕਹਿੰਦੀ ਮੈਂ ਉਹਦੀ ਚੈਟ ਦੇਖੀ ਹੈ, ਮੈਂ ਉਹਦੇ ਮੋਬਾਈਲ ਚੈੱਕ ਕੀਤਾ ਹੈ। ਇਹ ਚੀਜ਼ਾਂ ਕਿਉਂ ਵੱਧ ਰਹੀ ਹੈ ਮੈਮ? ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਅਸੀਂ ਵੀ ਦੇਖਦੇ ਹਾਂ, ਕਈ ਵਾਰੀ ਅਸੀਂ ਕਵਰੇਜ ਕਰਦੇ ਹਾਂ ਔਰ ਤੁਹਾਡੇ ਕੋਲੋਂ ਵੀ ਆਬਵੀਅਸਲੀ ਆਉਂਦੇ ਆ। ਇਹ ਰੀਜ਼ਨ ਕੀ ਹੈ? ਰੀਜ਼ਨ ਕਿਉਂਕਿ ਤੁਸੀਂ ਟਾਈਮ ਬਹੁਤ ਸਪੈਂਡ ਘੱਟ ਕਰ ਰਹੇ ਹੋ ਘਰੇ, ਤੁਸੀਂ ਜ਼ਿਆਦਾਤਰ ਵਰਕ ਪਲੇਸ ਦੇ ਉੱਤੇ ਹੋ। ਬਿਲਕੁਲ ਠੀਕ ਹੈ। ਜਦੋਂ ਤੁਸੀਂ ਵਾਪਸ ਆਉਂਦੇ ਹੋ, ਯੂ ਕਮ ਇਨ ਦ ਈਵਨਿੰਗ, ਬਹੁਤ ਘੱਟ ਟਾਈਮ ਹੈ ਫੈਮਿਲੀ ਨਾਲ ਬਿਤਾਉਣ ਦਾ। ਬਿਲਕੁਲ। ਜਿੱਥੇ ਤੁਸੀਂ ਵਰਕ ਪਲੇਸ ਹੈ ਉੱਥੇ ਤੁਹਾਡਾ ਇੰਟਰਸਟ ਜ਼ਿਆਦਾ, ਤੇ ਉੱਥੇ ਕੰਮ ਜ਼ਿਆਦਾ, ਤੁਹਾਡਾ ਟਾਈਮ ਬਹੁਤ ਜ਼ਿਆਦਾ ਸਪੈਂਡ ਹੋ ਰਿਹਾ। ਦੇਖੋ, ਜਿੱਥੇ ਫੈਮਿਲੀਜ਼ ਦੇ ਅੰਦਰ ਤੁਸੀਂ ਘੱਟ ਟਾਈਮ ਬਿਤਾਉਂਦੇ ਹੋ,
ਆਪਸ 'ਚ ਬੈਠਦੇ ਨਹੀਂ ਹੋ, ਆਪਸ 'ਚ ਜਿਹੜੀਆਂ ਡੇਲੀ ਡੇ ਟੂ ਡੇ ਗੱਲਾਂ, ਚਾਹੇ ਆਫਿਸ ਯਾਨੀ ਆਪਸੀ ਕਨਵਰਸੇਸ਼ਨ ਜ਼ਿਆਦਾ ਨਹੀਂ ਹੈ। ਨਹੀਂ ਹੈ, ਉੱਥੇ ਪ੍ਰੋਬਲਮ ਹੁੰਦੀਆਂ ਨੇ। ਓਕੇ, ਅਗਰ ਘਰ ਦੇ ਅੰਦਰ ਸੈਟਰਡੇ ਸੰਡੇ ਕੁਝ ਜਿਹੜਾ ਹੌਲੀਡੇਜ਼ ਨੇ ਫੈਮਿਲੀ ਨਾਲ ਬਿਤਾਓ, ਫੈਮਿਲੀ ਨੂੰ ਬਾਹਰ ਲੈ ਕੇ ਜਾਓ, ਇੱਕ ਦੂਜੇ ਦੇ ਲਈ ਸਹਾਰਾ ਬਣੋ। ਇਹਦੇ ਨਾਲ ਜਿਹੜੀਆਂ ਨੇ ਨਾ ਬਹੁਤ ਇੰਟਰਸਟ ਘਰ 'ਚ ਹੁੰਦਾ, ਬੱਚਿਆਂ 'ਚ ਹੁੰਦਾ। ਜਿੱਥੇ ਹਸਬੈਂਡ ਐਂਡ ਵਾਈਫ ਦੀ ਕਮਿਊਨੀਕੇਸ਼ਨ ਘੱਟ ਹੈ, ਉੱਥੇ ਪ੍ਰੋਬਲਮਸ ਆਣਗੀਆਂ ਹੀ ਆਣਗੀਆਂ। ਯਾਨੀ ਕਿ ਮੇਜਰ ਕਹਿ ਸਕਦੇ ਹਾਂ ਕਿ ਵਨ ਆਫ ਦਾ ਰੀਜ਼ਨ ਹੈਗਾ, ਵਨ ਆਫ ਦਾ ਰੀਜ਼ਨ ਹੈ। ਔਰ ਇਸੇ ਦੀ ਆਫ ਸ਼ੂਟ ਹੁੰਦੀ ਹੈ ਲਿਵ ਇਨ ਰਿਲੇਸ਼ਨ ਦੀ। ਫਿਰ ਯਾਨੀ ਕਿ ਇਹੀ ਰੀਜ਼ਨ ਹੈ ਕਿ ਧੀਰੇ ਧੀਰੇ ਅੱਗੇ ਵੱਧ ਕੇ ਲਿਵਿੰਗ ਰਿਲੇਸ਼ਨਸ ਜਾਂ ਇਸ ਟਾਈਪ ਦਾ ਜਿਹੜਾ ਐਕਸਟਰਾ ਇਹ ਇੱਕ ਕੈਟਾਗਰੀ 'ਚ ਆਉਂਦਾ ਹੈ ਲਿਵ ਇਨ ਰਿਲੇਸ਼ਨਸ਼ਿਪ ਦੀ, ਕਿ ਮੈਂ ਅਗਰ ਘਰ ਵਿੱਚ ਮੇਰੀ ਵਾਈਫ ਹੈ, ਬੱਚੇ ਹੈ, ਮੈਂ ਉਹਨਾਂ ਨੂੰ ਦੇਖਭਾਲ ਕਰ ਰਿਹਾ, ਪੈਸੇ ਦੇ ਰਿਹਾ, ਸਭ ਕੁਝ ਕਰ ਰਿਹਾ, ਪਰ ਜਿਹੜਾ ਮੇਰਾ ਆਪਣਾ ਟਾਈਮ ਹੈ ਮੈਂ ਕਿਸੇ ਹੋਰ ਨਾਲ ਬਿਤਾਉਣਾ ਚਾਹਨਾ, ਰਹਿਣਾ ਚਾਹਨਾ, ਉਹਦੇ ਅੰਦਰ ਲੇਡੀ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਕਿਉਂਕਿ ਆਈ ਐਮ ਲੁਕਿੰਗ ਆਫਟਰ ਚਿਲਡਰਨ, ਆਈ ਐਮ ਗਿਵਿੰਗ ਆਲ ਦਾ ਮਨੀ। ਠੀਕ ਹੈ, ਯਾਨੀ ਕਿ ਬਸ ਇਹੀ ਸੋਚ ਹੈ ਕਿ ਮੈਂ ਪੈਸੇ ਦੇ ਰਿਹਾ ਬਿਲਕੁਲ ਤਾਂ ਸਾਰਾ ਕੁਝ ਹੈ। ਲੇਕਿਨ ਮੈਮ ਇੱਕ ਪੁਆਇੰਟ ਬੜਾ ਤੁਸੀਂ ਇੰਪੋਰਟੈਂਟ ਕਿਹਾ ਕਿ ਜੁਆਇੰਟ ਫੈਮਲੀਜ਼ ਹੁਣ ਜ਼ਿਆਦਾਤਰ ਦੇਖਣ ਨੂੰ ਨਹੀਂ ਮਿਲਦੀ, ਉਹ ਵੀ ਇੱਕ ਰੀਜ਼ਨ ਹੈ ਬਹੁਤ ਜ਼ਿਆਦਾ। ਜਦੋਂ ਸਾਡਾ ਬਚਪਨ ਸੀ ਅਸੀਂ ਦੇਖਦੇ ਸੀ ਚਾਚੇ, ਮਾਮੇ, ਤਾਏ, ਦਾਦਾ, ਦਾਦੀ ਸਾਰੇ ਇੱਕ ਫੈਮਿਲੀ 'ਚ ਰਹਿੰਦੇ ਸੀ। ਤੇ ਜਦੋਂ ਅਸੀਂ ਕਿਤੇ ਬਾਹਰ ਵੀ ਸਾਡੇ ਪੇਰੈਂਟਸ ਨੇ ਜਾਣਾ ਸੀ, ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿ ਬੱਚਿਆਂ ਨੂੰ ਪਿੱਛੇ ਕੌਣ ਦੇਖਭਾਲ ਕਰੇਗਾ। ਤੋ ਦੇ ਵਾਸ ਐਵਰੀਬਾਡੀ ਇਜ਼ देयर ਐਟ ਹੋਮ, ਰਾਈਟ। ਹੁਣ ਕੋਈ ਵੀ ਨਹੀਂ ਹੈਗਾ। ਤੋ ਬਰਡਨ ਜਿਹੜੀ ਲੇਡੀ ਹੈ ਉਹ ਘਰ ਦੇ ਅੰਦਰ ਬਹੁਤ ਜ਼ਿਆਦਾ ਮਹਿਸੂਸ ਕਰਦੀ ਹੈ ਕਿ ਮੈਨੂੰ ਬੱਚਿਆਂ ਨੂੰ ਵੀ ਪੜ੍ਹਾਉਣਾ ਹੈ, ਉਹਨਾਂ ਦੀ ਵੀ ਮੈਂ ਦੇਖਭਾਲ ਕਰਨੀ ਆ, ਉਹਨਾਂ ਨੂੰ ਬਾਹਰ ਵੀ ਲੈ ਕੇ ਜਾਣਾ, ਮੈਂ ਕੰਮ ਵੀ ਕਰਨਾ। ਸੋ ਸ਼ੀ ਫੀਲਸ ਬਰਡਨ ਕਿ ਰਿਸਪੌਂਸਿਬਿਲਿਟੀ ਜਿਹੜੀ ਹੈ ਉਹ ਜਿਹੜੇ ਆਦਮੀ ਨੇ ਸ਼ੇਅਰ ਨਹੀਂ ਕਰ ਰਹੇ ਇਸ ਚੀਜ਼ ਦੇ ਨਾਲ, ਤੇ ਇਹਦਾ ਝਗੜੇ ਵੱਧਦੇ ਨੇ ਘਰ ਦੇ ਅੰਦਰ, ਬਹੁਤ ਵੱਧਦੇ ਨੇ। ਔਰ ਇਹੀ ਰੀਜ਼ਨ ਹੈ। ਇੱਕ ਰੀਜ਼ਨ ਹੈ। ਸੈਕੰਡ ਰੀਜ਼ਨ ਤੁਹਾਨੂੰ ਮੈਂ ਦੱਸਿਆ ਕਿ ਲਿਵ ਇਨ ਰਿਲੇਸ਼ਨਸ਼ਿਪ ਹੋ ਜਾਂਦੇ ਨੇ, ਬਾਹਰ ਹੋ ਜਾਂਦੇ ਨੇ। ਲਿਵਿੰਗ ਰਿਲੇਸ਼ਨ ਦਾ ਤੁਸੀਂ ਗੱਲ ਕੀਤੀ ਔਰ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਸ ਗੱਲ ਨੂੰ ਲੈ ਕੇ। ਬਹੁਤ ਸਾਰੇ ਕੇਸਿਸ ਆ ਰਹੇ ਮੈਮ ਲਿਵਿੰਗ ਰਿਲੇਸ਼ਨ ਨੂੰ ਲੈ ਕੇ, ਚਾਹੇ ਉਹ ਔਨ ਗੋਇੰਗ ਕਾਲਜ ਸਟੂਡੈਂਟਸ ਹੋਣ, ਚਾਹੇ ਉਹ ਮੈਰਿਡ ਵੀ ਹੋਣ, ਉਹਦੇ 'ਚ ਲੈ ਕੇ ਤੁਹਾਡੇ ਕੋਲ ਵੀ ਬਹੁਤ ਕੇਸਿਸ ਆਉਂਦੇ ਹੈ। ਰੀਜ਼ਨ ਕੀ ਹੈ? ਏਜ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਫੈਕਟਰ? ਦੇਖੋ, ਇਹ ਨਾ ਵੈਸਟਰਨ ਕਲਚਰ ਅਸੀਂ ਅਪਣਾ ਰਹੇ ਹਾਂ, ਠੀਕ ਹੈ ਨਾ। ਇੰਟਰਨੈਟ ਦੇ ਉੱਤੇ ਸਭ ਕੁਝ ਅਵੇਲੇਬਲ ਹੈ। ਹੁਣ ਤੁਸੀਂ ਜਿਹੜੀਆਂ ਯੰਗ ਬੱਚੇ ਨੇ, ਚਾਹੇ ਲੜਕੇ ਨੇ ਚਾਹੇ ਲੜਕੀਆਂ ਨੇ, ਘਰੋਂ ਬਾਹਰ ਆਉਂਦੇ ਨੇ, ਬਾਹਰ ਸ਼ਹਿਰਾਂ 'ਚ ਆਉਂਦੇ ਨੇ, ਰਹਿੰਦੇ ਨੇ, ਪੀਜੀ ਰਹਿੰਦੇ ਨੇ, ਕੰਮ ਕਰਨ ਲਈ ਆਉਂਦੇ ਨੇ, ਤੇ ਇਹ ਆਪਸ ਦੇ ਵਿੱਚ ਕਿਸੇ ਨਾ ਕਿਸੇ ਪਲੇਟਫਾਰਮ ਤੇ ਮਿਲ ਜਾਂਦੇ ਨੇ, ਚਾਹੇ ਉਹ ਇੰਟਰਨੈਟ ਦੇ ਥਰੂ ਮਿਲਣ, ਸੋਸ਼ਲ ਮੀਡੀਆ ਪਲੇਟਫਾਰਮ ਅੱਜ ਕੱਲ੍ਹ ਵੈਸੇ ਹੀ ਮੈਮ ਬਹੁਤ ਜ਼ਿਆਦਾ ਹੈ, ਔਰ ਚਾਹੇ ਉਹ ਆਪਸ ਵਰਕ ਪਲੇਸ ਤੇ ਇੱਕ ਦੂਜੇ ਨਾਲ ਮਿਲ ਜਾਣ। ਫਿਰ ਇੱਕ ਦੂਜੇ ਨਾਲ ਸੋਚ ਕੇ ਇਹ ਸੋਚਦੇ ਨੇ ਕਿ ਅਸੀਂ ਇਕੱਠੇ ਜ਼ਿੰਦਗੀ ਬਿਤਾਈਏ, ਬੜੇ ਸੁਪਨੇ ਦੇਖਦੇ ਨੇ, ਵਿਆਹ ਹੋਏਗਾ, ਬੱਚੇ ਹੋਣਗੇ, ਜ਼ਿੰਦਗੀ ਇਦਾਂ ਚੱਲੇਗੀ। ਸੁਪਨੇ ਬਹੁਤ ਹੁੰਦੇ ਨੇ ਨਾ, ਯੰਗ ਬੱਚੇ ਨੇ। ਤੇ ਉਸ ਤੋਂ ਬਾਅਦ ਜਦੋਂ ਇੱਕ ਦੂਜੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਨੇ, ਸਾਲ ਨਿਕਲ ਗਿਆ, 2 ਸਾਲ ਨਿਕਲ ਗਿਆ, ਆਪਸ ਦੇ ਵਿੱਚ ਇਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਸਾਡੀ ਸ਼ਾਇਦ ਨਹੀਂ ਬਣਨੀ। ਯਾਨੀ ਕਿ ਆਫਟਰ 1 ਈਅਰ ਪਤਾ ਲੱਗਦਾ ਹੈ ਇੰਟਰਸਟ ਜਿਹੜਾ ਹੈਗਾ ਨਾ ਉਹ ਮੇਨਟੇਨ ਨਹੀਂ ਰਹਿੰਦਾ, ਜਿਹੜਾ ਹੁੰਦਾ ਹੈ। ਤੇ ਹੁਣ ਕੀ ਹੁੰਦਾ ਹੈ ਕਿ ਲੜਕਾ ਸੋਚਦਾ ਕਿ ਨਹੀਂ ਹੁਣ ਮੈਂ ਨਹੀਂ ਰਹਿਣਾ ਇਹਦੇ ਨਾਲ, ਉਹ ਛੱਡ ਕੇ ਚਲਾ ਜਾਂਦਾ ਹੈ। ਤਾਂ ਜਿਹੜੀ ਲੜਕੀ ਹੈ ਹੁਣ ਉਹ ਕਹਿੰਦੀ ਕਿ ਮੈਂ ਕੀ ਕਰਾਂ, ਇਹ 1 ਸਾਲ ਮੇਰੇ ਨਾਲ ਰਿਹਾ, ਸਾਰਿਆਂ ਨੂੰ ਪਤਾ ਹੈ, ਘਰਦਿਆਂ ਨੂੰ ਪਤਾ ਹੈ, ਬਾਹਰਦਿਆਂ ਨੂੰ ਪਤਾ ਹੈ ਕਿ ਹੁਣ ਮੇਰੇ ਨਾਲ ਵਿਆਹ ਕੌਣ ਕਰਾਏਗਾ। ਇਟਸ ਵੈਰੀ ਡਿਫਿਕਲਟ ਫॉर ਮੀ ਕਿ ਮੈਂ ਸੁਸਾਇਟੀ 'ਚ ਇਸ ਤਰੀਕੇ ਨਾਲ ਹੁਣ ਚੱਲ ਸਕਦੀ ਹਾਂ। ਬਿਲਕੁਲ ਇਸੇ ਤਰ੍ਹਾਂ ਲੜਕੇ ਵੀ ਕਹਿੰਦੇ ਨੇ ਕਿ ਇਹਨੂੰ ਕੋਈ ਹੋਰ ਲੜਕਾ ਅੱਛਾ ਮਿਲ ਗਿਆ, ਪੈਸੇ ਵਾਲਾ, ਇਹ ਮੈਨੂੰ ਛੱਡ ਕੇ ਚਲੀ ਗਈ ਹੈ। ਅੱਛਾ, ਯਾਨੀ ਕਿ ਦੋਨੋਂ ਤਰਫੋਂ ਹੀ ਅਸੀਂ ਕਹਿ ਸਕਦੇ ਹਾਂ। ਬਿਲਕੁਲ, ਦੋਨੋਂ ਤਰਫ ਤੋਂ ਹੀ ਹੈ। ਬਿਲਕੁਲ। ਤੇ ਜਦੋਂ ਰਿਲੇਸ਼ਨ ਖਤਮ ਹੋ ਜਾਂਦਾ, ਲੜਕੀ ਤੇ ਇਹ ਕਹਿੰਦੀ ਹੈ ਕਿ ਤੁਸੀਂ ਨਾ ਇਹਦੇ ਉੱਤੇ ਰੇਪ ਦਾ ਪਰਚਾ ਪਵਾਓ। ਮੋਸਟਲੀ ਹੁੰਦਾ ਇਹੀ ਹੈ, ਜਿਹੜੀ ਕੰਪਲੇਂਟਾਂ ਆਉਂਦੀਆਂ ਥਾਣੇ 'ਚ। ਬਿਲਕੁਲ, ਪਰ ਇਹ ਤੇ ਰੇਪ ਬਣਦਾ ਹੀ ਨਹੀਂ ਹੈ, ਕਿਉਂਕਿ ਦੋਨੇ ਐਡਲਟ ਹੈ, ਕੰਸੈਂਸ਼ੂਅਲ ਹੈ। ਬਿਲਕੁਲ। ਸੋ ਇਹਦੇ ਉੱਤੇ ਕੋਈ ਕੇਸ ਨਹੀਂ ਬਣਦਾ ਇਸ ਚੀਜ਼ ਇਹ ਲੀਗਲੀ ਮੈਮ ਤੁਸੀਂ ਵੀ ਲੋਕਾਂ ਨੂੰ ਸਮਝਾਉਂਦੇ ਹੋ? ਬਿਲਕੁਲ, ਮੈਂ ਸਾਫ਼ ਕਹਿੰਨੀ ਹੈ ਇਸ ਚੀਜ਼ ਉੱਤੇ ਕਿ ਜਿਹੜਾ ਬੱਚਾ ਆਪਣੀ ਡਿਸੀਜਨ ਲੈਂਦਾ ਹੈ, ਸੋਚ ਸਮਝ ਕੇ ਲੈਂਦਾ ਹੈ, ਤੁਸੀਂ ਐਡਲਟ ਹੋ, ਕੰਸੈਂਸ਼ੂਅਲ ਹੈ, ਇਹਦੇ ਉੱਤੇ ਕੀ ਕੇਸ ਬਣਨਾ ਅੰਟਿਲ ਅਨਲੈਸ ਕਿ ਇਹ ਪ੍ਰੂਵਡ ਹੈ ਕਿ ਉਹਨੇ ਤੁਹਾਡੇ ਨਾਲ ਵਿਆਹ ਕਰਾਉਣ ਦੇ ਲਈ ਵਾਅਦਾ ਕੀਤਾ ਹੋਇਆ ਹੈ, ਉਹਦੇ ਕੁਝ ਤੁਹਾਡੇ ਕੋਲ ਉਹ ਹੈਗੇ ਨੇ, ਐਵੀਡੈਂਸਸ ਹੈਗੇ ਨੇ, ਉੱਥੇ ਜਾ ਕੇ ਅਸੀਂ ਜ਼ਰੂਰ ਕਰਦੇ ਹਾਂ। ਓਕੇ, ਰਾਈਟ, ਕਿ ਯੂ ਹੈਵ ਨੋ ਰਾਈਟ ਕਿ ਤੁਸੀਂ ਇਹਨੇ ਪ੍ਰੋਮਿਸ ਕਰਕੇ, ਕਈ ਵਾਰੀ ਹੁੰਦਾ ਕਿ ਆਪਸ ਵਿੱਚ ਮੰਦਿਰ 'ਚ ਵਿਆਹ ਕਰ ਲਿਆ, ਸੁਸਾਇਟੀ 'ਚੋਂ ਬਾਅਦ 'ਚੋਂ ਕਰਾਂਗੇ ਐਂਡ ਆਲ ਦੈਟ। ਸੋ ਇਨ ਦੈਟ ਕੇਸ ਜਿਹੜੇ ਨੇ ਇਹ ਤੁਸੀਂ ਇਹਦਾ ਧੋਖਾ ਦੇ ਕੇ ਨਹੀਂ ਪੜ ਸਕਦੇ, ਚਾਹੇ ਉਹ ਲੜਕਾ ਚਾਹੇ ਲੜਕੀ ਆ। ਮੈਮ ਪੰਜਾਬ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਹ ਕਲਚਰ ਵਧਿਆ ਪਿਛਲੇ ਦਿਨਾਂ 'ਚ ਅਸੀਂ ਗੱਲ ਕਰੀਏ? ਬਹੁਤ ਜ਼ਿਆਦਾ। ਦੇਖੋ, ਮੈਂ ਸ਼ਾਇਦ ਥੋੜੀ ਜੀ ਬੈਕਵਰਡ ਥਿੰਕਿੰਗ ਦੀ ਹੈਗੀ ਹਾਂ, ਹਾਲਾਂਕਿ ਮੈਂ ਆਪਣੀ ਸਾਰੀ ਜ਼ਿੰਦਗੀ ਬਾਹਰ ਬਿਤਾਈ ਹੈ, ਲੇਕਿਨ ਇਹਦੇ ਅੰਦਰ ਇਹ ਹੈ ਕਿ ਜਿਹੜਾ ਸਾਡੇ ਸੰਸਕਾਰ ਨੇ, ਸਾਡਾ ਕਲਚਰ ਹੈ, ਇਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਇਸ ਤਰੀਕੇ ਦੀ ਕਿ ਅਸੀਂ ਪ੍ਰੀ ਮੈਰਿਜ ਤੋਂ ਪਹਿਲਾਂ ਅਸੀਂ ਇੱਦਾਂ ਲਿਵ ਇਨ ਰਿਲੇਸ਼ਨਸ਼ਿਪ ਕਰਦੇ ਹਾਂ। ਮੇਰੇ ਕੋਲ ਬੜੇ ਪੇਰੈਂਟਸ ਆਉਂਦੇ ਨੇ, ਹਾਲਾਂਕਿ ਯੰਗ ਬੱਚੇ ਕਹਿੰਦੇ ਨੇ ਕਿ ਸਾਨੂੰ ਲਿਬਰਟੀ ਹੈ, ਅਸੀਂ ਜੋ ਮਰਜ਼ੀ ਕਰੀਏ। ਉਹਨਾਂ ਦੇ ਕੋਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਯਾਨੀ ਕਿ ਜਿਹੜਾ ਆਪਣੇ ਘਰ ਤੋਂ ਬਾਹਰ ਇੱਕ ਵਾਰ ਨਿਕਲ ਗਿਆ
ਉਹ ਤਾਂ ਸੋਚਦਾ ਮੈਂ ਆਜ਼ਾਦ ਹਾਂ, ਜੋ ਮਰਜ਼ੀ ਕਰਾਂ। ਜੋ ਮਰਜ਼ੀ ਕਰਾਂ। ਲੇਕਿਨ ਪੇਰੈਂਟਸ ਆਉਂਦੇ ਨੇ ਇਹ ਕਹਿਣ ਦੇ ਲਈ ਕਿ ਦੇਖੋ ਤੁਸੀਂ ਕਿਸੇ ਤਰੀਕੇ ਨਾਲ ਸਾਡੀ ਬੇਟੀ ਨੂੰ ਇੱਥੇ ਬੁਲਾ ਕੇ ਸਮਝਾਓ, ਸਾਡੀ ਬਹੁਤ ਬੇਇੱਜ਼ਤੀ ਹੋ ਰਹੀ ਹੈ ਕਿ ਕਿਸੇ ਲੜਕੇ ਦੇ ਨਾਲ ਉਹ ਰਹਿ ਰਹੀ ਹੈ ਤੇ ਉਹਦਾ ਵਿਆਹ ਨਹੀਂ ਹੋਇਆ ਪਿਆ। ਮੈਮ ਇਹਦੇ ਵਿੱਚ ਇੱਕ ਹੋਰ ਪੁਆਇੰਟ ਹੈ ਬੜਾ ਅਹਿਮ, ਜਿੱਦਾਂ ਤੁਸੀਂ ਕਿਹਾ ਕਿ ਪੁਰਾਣੇ ਟਾਈਮ 'ਚ ਇਹ ਚੀਜ਼ਾਂ ਬਹੁਤ ਹੁੰਦੀ ਸੀ ਕਿ ਪੇਰੈਂਟਸ ਨੇ ਜਿਹੜੀ ਵੀ ਚੀਜ਼ ਕਹਿਤੀ ਬੱਚੇ ਉਹਨਾਂ ਦੇ ਜ਼ਰੂਰ ਮੰਨਦੇ ਸੀ, ਲੇਕਿਨ ਅੱਜ ਇੱਕ ਪੁਆਇੰਟ ਬੜਾ ਅਹਿਮ ਹੈ ਕਿ ਬੱਚੇ ਨਹੀਂ ਮੰਨਦੇ ਆਪਣੇ ਪੇਰੈਂਟਸ ਦੀ। ਇਹ ਵੀ ਇੱਕ ਬਹੁਤ ਅਹਿਮ ਪੁਆਇੰਟ ਹੈ ਇਸ ਗੱਲ ਦਾ। ਦੇਖੋ ਐਦਾਂ ਹੈ ਕਿ ਹੁਣ ਸਭ ਨੂੰ ਅਵੇਅਰਨੈਸ ਬਹੁਤ ਹੈ ਹਰ ਚੀਜ਼ ਦੀ, ਰਾਈਟ। ਉਹ ਕਹਿੰਦੇ ਨੇ ਕਿ ਸਾਨੂੰ ਜੇ ਅਸੀਂ ਪੜ੍ਹ ਸਕਦੇ ਹਾਂ, ਕਮਾ ਸਕਦੇ ਹਾਂ, ਕੈਰੀਅਰ ਸਾਡੇ ਬਹੁਤ ਅੱਛੇ ਨੇ ਤੇ ਅਸੀਂ ਡਿਸੀਜਨ ਵੀ ਲਵਾਂਗੇ ਆਪਣੇ ਕਿ ਅਸੀਂ ਪੇਰੈਂਟ। ਪਰ ਇੱਕ ਗੱਲ ਹੈ ਨਾ, ਹਮੇਸ਼ਾ ਮੈਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ, ਮੈਂ ਥੋੜੀ ਜਿਹੀ ਬੈਕਵਰਡ ਹੈਗੀ ਹਾਂ ਇਹਦੇ ਅੰਦਰ, ਕਿ ਜਿਹੜੇ ਪੇਰੈਂਟਸ ਨੇ ਗਾਈਡੈਂਸ ਦਿੱਤੀ ਹੈ ਉਹ ਤੁਹਾਡੇ ਜੀਵਨ ਦਾ ਆਧਾਰ ਬਣਦੀ ਹੈ। ਜੇ ਉਹਨਾਂ ਨੇ ਕਿਹਾ ਹੈ ਕਿ ਦੇਖੋ ਆਹ ਚੀਜ਼ ਤੁਹਾਡੇ ਲਈ ਚੰਗੀ ਨਹੀਂ ਹੈ, ਅੱਜ ਨਹੀਂ ਲੱਗਦੀ ਚੰਗੀ, ਲੇਕਿਨ ਅੱਜ ਉਹਨਾਂ ਦੀ ਗੱਲਾਂ ਬੁਰੀਆਂ ਲੱਗਦੀਆਂ, ਬਹੁਤ ਬੁਰੀਆਂ ਲੱਗਦੀਆਂ ਨੇ, ਹੈ ਨਾ, ਲੇਕਿਨ ਉਹ ਚੀਜ਼ਾਂ ਤੁਹਾਨੂੰ ਥੋੜੀ ਦੇਰ ਬਾਅਦ ਯਾਦ ਆਣਗੀਆਂ ਜਦੋਂ ਲੜਕਾ ਛੱਡ ਕੇ ਚਲਾ ਗਿਆ ਜਾਂ ਲੜਕੀ ਛੱਡ ਕੇ ਚਲੀ ਗਈ। ਫਿਰ ਤੁਸੀਂ ਜਦੋਂ ਰੋਂਦੇ ਹੋ ਫਿਰ ਮਾਂ-ਬਾਪ ਹੀ ਯਾਦ ਆਉਂਦੇ ਨੇ ਕਿ ਸਾਨੂੰ ਮਨਾ ਕੀਤਾ ਸੀ ਉਸ ਟਾਈਮ ਦੇ ਉੱਤੇ, ਰਾਈਟ। ਤੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਨਾ ਲਿਵ ਇਨ ਰਿਲੇਸ਼ਨਸ਼ਿਪ ਦੀਆਂ, ਇਸ ਦੇ ਉੱਤੇ ਮੈਂ ਇੱਕ ਪੇਪਰ ਵੀ ਲਿਖਿਆ ਆ। ਓਕੇ, ਚਲੋ ਸਾਨੂੰ ਕੋਰਟ ਨੇ ਤਾਂ ਇਜਾਜ਼ਤ ਦੇਤੀ ਕਿ ਲਿਵ ਇਨ ਰਿਲੇਸ਼ਨਸ਼ਿਪ ਕੋਈ ਵੀ ਕਰ ਸਕਦਾ ਹੈ, ਬਿਲਕੁਲ, ਪਰ ਮੇਰਾ ਜੋ ਮੰਨਣਾ ਹੈ ਕਿ ਇਹ ਚੀਜ਼ਾਂ ਨੂੰ ਰੋਕਣ ਦੇ ਲਈ ਕਿ ਇਹੋ ਜਿਹੀਆਂ ਚੀਜ਼ਾਂ ਕੋਈ ਛੱਡ ਕੇ ਇੱਕ ਦੂਜੇ ਨੂੰ ਭੱਜ ਜਾਂਦਾ ਹੈ, ਫਿਰ ਬਾਅਦ ਦੇ ਵਿੱਚੋਂ ਬੜੀ ਮੁਸ਼ਕਿਲ ਪੈਂਦੀ ਹੈ। ਉਹਦੇ ਲਈ ਮੈਂ ਕਹਿ ਰਹੀ ਸੀ ਕਿ ਸਟੇਟ ਲਾਜ਼ ਬਣਾਉਣੇ ਚਾਹੀਦੇ ਨੇ, ਲਾਈਕ ਜੇ ਦੋ ਤਿੰਨ ਸਟੇਟਸ ਨੇ ਬਣਾ ਵੀ ਦਿੱਤੇ ਨੇ ਕਿ ਅਗਰ ਤੁਸੀਂ ਇੱਕ ਦੂਜੇ ਦੇ ਨਾਲ ਰਹਿੰਦੇ ਹੋ ਤੇ ਇੱਕ ਕੰਟਰੈਕਟ ਸਾਈਨ ਕਰ ਲਓ। ਓਕੇ, ਕਿ ਅਸੀਂ ਇੱਕ ਦੂਜੇ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਹਾਂ, ਸਾਡਾ ਵਿਆਹ ਹੋਣਾ, ਕਦੋਂ ਹੋਣਾ, ਕਿਵੇਂ ਹੋਣਾ। ਜੇ ਅਸੀਂ ਇਸ ਕੰਟਰੈਕਟ ਨੂੰ ਤੋੜ ਕੇ ਭੱਜਦੇ ਹਾਂ ਤੇ ਲਾਇਬਿਲਿਟੀ ਲੜਕੇ ਤੇ ਕੀ ਬਣਦੀ ਹੈ ਤੇ ਲੜਕੀ ਤੇ ਕੀ ਬਣਦੀ ਹੈ। ਬਿਲਕੁਲ, ਉਹ ਥੋੜਾ ਜਿਹਾ ਲੀਗਲੀ ਵੀ ਹੋ ਜਾਏਗਾ ਤੇ ਉਹਨੂੰ ਇੱਕ ਰਜਿਸਟਰ ਕਰ ਦਿਓ, ਤਹਿਸੀਲ 'ਚ ਕਰ ਦਿਓ, ਕਿਤੇ ਕੋਰਟ 'ਚ ਕਰ ਦਿਓ, ਕਿੱਦਾਂ ਵੀ ਕਰ ਸਕਦੇ ਹੋ। ਬਿਲਕੁਲ, ਅਗਰ ਸਾਡੇ ਕੋਲ ਇਹ ਹੋਵੇ ਡੈਟਰੈਂਟ ਹੈ ਸਿਰਫ, ਕਿਉਂਕਿ ਅੱਧਿਆਂ ਨੇ ਤਾਂ ਵੈਸੇ ਹੀ ਭੱਜ ਜਾਣਾ ਕਿ ਮੈਂ ਕੰਟਰੈਕਟ ਨਹੀਂ ਸਾਈਨ ਕਰਨਾ। ਬਿਲਕੁਲ, ਜਿਹੜੇ ਮਨ 'ਚ ਹੋਏਗਾ ਕੁਝ, ਜਿਹਦੇ ਮਨ 'ਚ ਚੋਰ ਹੈ ਉਹ ਕੰਟਰੈਕਟ ਸਾਈਨ ਕਰੇਗਾ ਹੀ ਨਹੀਂ, ਕਦੇ ਵੀ ਨਹੀਂ ਕਰੇਗਾ। ਹਾਂ, ਬਿਲਕੁਲ। ਅਗਰ ਤੁਸੀਂ ਓਪਨ ਕੰਟਰੈਕਟ ਕਰਦੇ ਹੋ ਕਿ ਨਹੀਂ ਅਸੀਂ ਆਪਣੀ ਮਰਜ਼ੀ ਦੇ ਨਾਲ ਰਹਿ ਰਹੇ ਹਾਂ, ਕੋਈ ਵੀ ਜਾ ਸਕਦਾ, ਕੋਈ ਵੀ ਭੱਜ ਸਕਦਾ, ਦੈਨ ਇਟਸ ਓਕੇ, ਦੈਨ ਇਟ ਇਜ਼ ਫਾਈਨ। ਬਿਲਕੁਲ, ਮਗਰ ਇਹ ਇੱਕ ਕੰਟਰੈਕਟ ਅਗਰ ਹੋਏਗਾ ਨਾ ਤੇ ਇਹ ਬੜਾ ਡੈਟਰੈਂਟ ਹੈ ਇਸ ਚੀਜ਼ ਦੇ ਅੰਦਰ। ਹੁਣ ਹੁੰਦਾ ਹੈ ਕਿ ਅਗਰ ਤੁਸੀਂ ਰਹੇ ਹੋ ਇੱਕ ਦੂਜੇ ਦੇ ਨਾਲ ਐਂਡ ਦੇयर ਇਜ਼ ਅ ਚਾਈਲਡ, ਬਿਲਕੁਲ, ਲੇਕਿਨ ਬੱਚੇ ਦੇ ਲਈ ਸਾਡੇ ਕੋਲੋਂ ਬਾਈ ਲਾਅ ਪੂਰੇ ਰਾਈਟ ਨੇ ਉਸ ਬੱਚੇ ਦੇ ਟੂ ਟੇਕ ਦਾ, ਜਿੱਦਾਂ ਇੱਕ ਮੈਰਿਡ ਬੰਦੇ ਦੇ ਆਪਣੇ ਬੱਚਿਆਂ ਦੇ ਰਾਈਟਸ ਹੁੰਦੇ ਨੇ, ਚਾਹੇ ਜਾਇਦਾਦ 'ਚ ਹੋਵੇ, ਚਾਹੇ ਕੁਝ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਨੂੰ ਲੈ ਕੇ ਹੋਵੇ, ਪ੍ਰਾਪਰਟੀ ਕੁਝ ਵੀ ਹੋਵੇ, ਉਸ ਬੱਚੇ ਦੇ ਇਕੁਅਲ ਰਾਈਟਸ ਨੇ। ਇਹ ਬੜਾ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ। ਇੱਕ ਇਹਦੇ ਵਿੱਚ ਹੋਰ ਬੜਾ ਇੰਪੋਰਟੈਂਟ ਸਵਾਲ ਹੈ ਮੈਮ, ਕਿਉਂਕਿ ਲਗਾਤਾਰ ਤੁਸੀਂ ਲਿਵਿੰਗ ਰਿਲੇਸ਼ਨ ਤੇ ਮੁੱਦੇ ਵੀ ਸੁਲਝਾਉਂਦੇ ਹੋ, ਲੱਗਦਾ ਹੈ ਤੁਹਾਨੂੰ ਕਿ ਇਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਜੇਕਰ ਲਾਅ ਨਹੀਂ ਬਣਦਾ ਜਾਂ ਇਸ ਤਰ੍ਹਾਂ ਦਾ ਤੁਸੀਂ ਕਰਦੇ ਹੋ, ਆਉਣ ਵਾਲੇ ਸਮੇਂ 'ਚ ਹੋਰ ਪ੍ਰੋਬਲਮ ਕ੍ਰੀਏਟ ਹੋਣਗੀਆਂ? ਆਈ ਥਿੰਕ ਯੈਸ, ਓਪਨ ਮੈਰਿਜਸ ਹੋਣਗੀਆਂ ਕਿ ਵਿਆਹ ਕਰਾਉਣ ਦੀ ਲੋੜ ਹੀ ਕੋਈ ਨਹੀਂ, ਹੈ ਨਾ, ਵਿਆਹ ਕਰਾਉਣ ਦੀ ਲੋੜ ਹੀ ਨਹੀਂ ਤੇ ਤੁਸੀਂ ਆਪਸ 'ਚ ਇੱਕ ਦੂਜੇ ਨਾਲ ਰਹਿ ਲਓ। ਤੇ ਜਿਹੜੇ ਬੱਚੇ ਪੈਦਾ ਹੁੰਦੇ ਨੇ ਤੁਸੀਂ ਉਹਨੂੰ ਕਿਸ ਕੈਟਾਗਰੀ 'ਚ ਗਿਣੋਗੇ? ਬਿਲਕੁਲ, ਬੱਚਿਆਂ ਵਾਸਤੇ ਤਾਂ ਫਿਊਚਰ ਬਹੁਤ ਜ਼ਿਆਦਾ ਮੁਸ਼ਕਿਲ ਹੈ ਇਸ ਚੀਜ਼ ਦੀ, ਮੁਸ਼ਕਿਲ ਹੈ। ਮੈਂ ਇਸ ਚੀਜ਼ ਦੇ ਫੇਵਰ 'ਚ ਹੈ ਹੀ ਨਹੀਂ ਕਿ ਤੁਸੀਂ ਇਸ ਤਰੀਕੇ ਦੇ ਨਾਲ ਰਹਿ ਕੇ ਫਿਰ ਬੱਚਿਆਂ ਦੀ ਵੀ ਜ਼ਿੰਦਗੀ ਅੱਗੇ ਖਰਾਬ ਹੈ। ਫਿਰ ਜੇ ਇੱਕ ਦੂਜੇ ਨਾਲ ਤੁਸੀਂ ਛੱਡ ਕੇ ਚਲੇ ਜਾਂਦੇ ਹੋ ਫਿਰ ਰਿਸਪੌਂਸਿਬਿਲਟੀ ਕੌਣ ਲਏਗਾ? ਇਹ ਬੜਾ ਇੰਪੋਰਟੈਂਟ ਹੈ। ਦੂਜੇ ਪਾਸੇ ਮੈਮ ਕਿੰਨੇ ਕੇਸਿਸ ਹੁਣ ਤੱਕ ਦੀ, ਤੁਹਾਨੂੰ 2 ਸਾਲ ਦਾ ਟੈਨਰ ਹੋ ਗਿਆ, ਜੇ ਅਸੀਂ ਥੋੜੀ ਜਿਹੀ ਲਿਸਟ ਦੀ ਗੱਲ ਸਮਝੀਏ ਕਿ ਕਿਹੜੇ ਕੇਸਿਸ ਜਿਹੜੇ ਹੈਗੇ ਤੁਸੀਂ ਹਜੇ ਤੱਕ ਸੋਲਵ ਕੀਤੇ, ਕਿੰਨੇ ਕੇਸਿਸ ਜਿਹੜੇ ਅਪਰੋਕਸੀਮੇਟਲੀ ਹੁਣ ਤੱਕ? ਦੇਖੋ ਮੈਨੂੰ 2 ਸਾਲ ਹੋ ਗਏ ਨੇ ਅਪਰੋਕਸੀਮੇਟਲੀ, ਹੁਣ ਆਈ ਥਿੰਕ 7000 ਤੋਂ ਉੱਤੇ ਕੇਸਿਸ ਨੇ। ਓਕੇ, 7000 ਡਿਫਰੈਂਟ ਕੇਸਿਸ, ਡਿਫਰੈਂਟ ਕੈਟਾਗਰੀਜ਼ ਦੇ ਅੰਦਰ, ਟੋਟਲ ਅਬਾਊਟ 7000, ਠੀਕ ਹੈ। ਔਰ ਇਹਦੇ ਅੰਦਰ ਹਲੇ ਪੈਂਡਿੰਗ ਕੇਸਿਸ ਜਿਹੜੇ ਨੇ ਮੇਰੇ ਖਿਆਲ ਇਟਸ ਅਬਾਊਟ 1200। ਅੱਛਾ, ਬਾਕੀ ਹੋ ਚੁੱਕਿਆ। ਓਕੇ, ਉਹਦੇ ਵਿੱਚ ਮੋਸਟਲੀ ਕੇਸਿਸ 'ਚ ਕੀ ਹੋਇਆ ਮੈਮ? ਮੋਸਟਲੀ ਕੇਸਿਸ 'ਚ ਕੰਪਰੋ ਹੋਇਆ ਜਾਂ ਫਿਰ? ਦੇਖੋ ਮੈਂ ਦੱਸਦੀ ਹਾਂ 40% ਦੇ ਕਰੀਬ ਤੇ ਕੰਪਰੋਮਾਈਜ਼ ਹੈ। ਓਕੇ, ਯਾਨੀ ਕਿ ਸਮਝਾ ਕੇ ਕਾਉਂਸਲਿੰਗ ਕਰਕੇ ਮੈਰਿਟਲ ਡਿਸਕॉर्ड ਹੁੰਦਾ ਆ, ਠੀਕ ਹੈ, ਦੋਵਾਂ ਫੈਮਿਲੀਜ਼ ਨੂੰ ਬੁਲਾ ਲਿਆ, ਠੀਕ ਹੈ, ਬੁਲਾਇਆ ਬਿਠਾਇਆ, ਕਾਉਂਸਲਿੰਗ ਕੀਤੀ, ਫਿਰ ਜਿੱਦਾਂ ਮਦਰ ਇਨ ਲਾਅ ਦੇ ਕੋਈ ਡਿਫਰੈਂਸਸ ਨੇ ਆਪਣੇ ਡਾਟਰ ਇਨ ਲਾਅ ਦੇ ਨਾਲ, ਉਹਨਾਂ ਨੂੰ ਠੀਕ ਕਰਵਾਇਆ। ਕੋਈ ਕਹਿੰਦਾ ਮੈਂ ਅਲੱਗ ਜਾ ਕੇ ਰਹਿਣਾ, ਉਹ ਵੀ ਕਰਵਾ ਕੇ ਦੇਖਿਆ। ਅੱਜ ਦੇ ਟਾਈਮ 'ਚ ਵੀ ਸੱਸ ਬਹੂ ਦੀ ਹੈਗੀ ਮੈਮ? ਹਾਂ ਜੀ, ਜ਼ਰੂਰ ਹੈ, ਬਹੁਤ ਜ਼ਿਆਦਾ ਆ, ਹੈਗੀ ਹੈ, ਬਹੁਤ ਹੈ। ਤੁਹਾਨੂੰ ਲੱਗਦਾ ਨਹੀਂ ਕਿ ਹੁਣ ਵੀ ਛੋਟੀ ਗੱਲਾਂ ਹਜੇ ਤਾਂ ਪ੍ਰੋਫੈਸ਼ਨਲੀ ਐਜੂਕੇਟਿਡ ਲਈ ਲੋਕ, ਉਹਦੇ ਬਾਵਜੂਦ ਤੁਹਾਨੂੰ ਲੱਗਦਾ ਹੈ ਕਿ ਹਜੇ ਵੀ ਡਿਸਪਿਊਟ ਇਸ ਤਰ੍ਹਾਂ ਦਾ? ਮੇਰੇ ਕੋਲ ਬੜੇ ਇੰਟਰਸਟਿੰਗ ਹੈ ਜੀ, ਮੇਰੇ ਕੋਲ ਕਾਫੀ ਕੇਸਿਸ ਨੇ, ਦੇ ਡਾਟਰ ਲਾ ਵੀ ਕੰਮ ਕਰ ਰਹੀ ਹੈ, ਬੇਟਾ ਵੀ ਕੰਮ ਕਰ ਰਿਹਾ। ਉਹ ਕਹਿੰਦੇ ਜਦੋਂ ਬੇਟਾ ਘਰ ਵਾਪਿਸ ਆਉਂਦਾ ਆਫਿਸ ਤੋਂ ਤੇ ਉਹ ਜੋ
ਖਾਣਾ ਮੰਗਦਾ ਹੈ, ਚਾਹ ਮੰਗਦਾ, ਜੋ ਵੀ ਹੈ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਜਦੋਂ ਮੈਂ ਨਹੀਂ ਤਾਂ ਮੇਰੀ ਮਦਰ-ਇਨ-ਲਾਅ ਕਹਿੰਦੀ ਜਾ ਕੇ ਬਣਾ, ਇਹਨੂੰ ਵੀ ਪਿਲਾ ਤੇ ਆਪ ਵੀ ਪੀ। ਮਤਲਬ ਇਹ ਛੋਟੀ ਛੋਟੀ ਚੀਜ਼ਾਂ ਨੇ, ਛੋਟੀਆਂ ਹੁੰਦੀਆਂ ਨੇ, ਇਹ ਲੇਕਿਨ ਵੱਡੀ ਅੱਗੇ ਜਾ ਕੇ ਬਣ ਜਾਂਦੀ ਹੈ, ਡਿਸਪਿਊਟ ਬਣਦਾ ਬਣ ਜਾਂਦੀ ਹੈ ਇਹੋ ਜੀ। ਮਗਰ ਇਹ ਜਿਹੜੇ ਨੇ ਸਾਰੇ ਡਿਸਕॉर्ड ਜਿਹੜੇ ਛੋਟੇ ਛੋਟੇ ਇਹ ਖਤਮ ਕਰਵਾਏ ਜਾਂਦੇ ਨੇ। ਓਕੇ। ਫਿਰ ਹੁੰਦਾ ਹੈ ਕਿ ਕਾਫੀ ਵਾਰੀ ਹੁੰਦਾ ਹੈ ਕਿ ਨਹੀਂ ਇਹ ਡਿਸਕॉर्ड ਹੈ ਔਰ ਰਹਿਣਾ ਆ, ਇਹ ਨਹੀਂ ਹੋ ਸਕਦਾ ਸੋਲਵ, ਤੇ ਉਹ ਕੋਰਟ ਕੇਸਿਸ ਚਲੇ ਜਾਂਦੇ ਨੇ। ਤਾਂ ਕੋਰਟ ਕੇਸਿਸ 'ਚ ਤੁਹਾਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਸੁਧਰ ਸਕਦੀਆਂ ਜਾਂ ਫਿਰ ਉਹ ਅੱਗੇ ਵਧ ਰਹੀਆਂ? ਨਹੀਂ, ਉਹ ਸੁਧਰ ਸਕਦੀਆਂ ਨੇ ਕਾਫੀ ਤਰ੍ਹਾਂ ਤੇ, ਕਿਉਂਕਿ ਕਈ ਵਾਰ ਹੁੰਦਾ ਲੇਡੀ ਕਹਿੰਦੀ ਠੀਕ ਹੈ ਮੈਂ ਅਲੱਗ ਰਹਿਣ ਨੂੰ ਤਿਆਰ ਹਾਂ ਓਕੇ ਕੋਰਟ ਜਾਣ ਤੋਂ ਪਹਿਲਾਂ, ਪਰ ਮੈਨੂੰ ਮੇਨਟੇਨੈਂਸ ਦੇਵੇ, ਬੱਚਿਆਂ ਦੀ ਵੀ ਦੇਵੇ, ਮੇਰਾ ਇੰਨਾ ਖਰਚਾ ਵੀ ਦੇਵੇ, ਤਾਂ ਉਹ ਲੜਕਾ ਕਹਿੰਦਾ ਮੈਂ ਨਹੀਂ ਦੇਣਾ, ਤਾਂ ਇਟਸ ਬੈਟਰ ਕਿ ਕੋਰਟ ਡਿਸਾਈਡ ਕਰਕੇ ਉਹਨਾਂ ਨੂੰ ਲਗਾਉਂਦਾ ਹੈ। ਓਕੇ, ਇਹ ਵੀ ਸੋ ਇੰਪੋਰਟੈਂਟ ਹੈ। ਦੈਟ ਦੇ ਹੈਵ ਟੂ ਅਬਾਈਡ ਬਾਈ ਇਟ। ਠੀਕ ਹੈ। ਕਈ ਵਾਰੀ ਹੁੰਦਾ ਹੈ ਕਿ ਜਦੋਂ ਡਿਵੋਰਸ ਕੇਸਿਸ ਆ ਕਿ ਨਹੀਂ ਮੇਰੀ ਇੰਨੀ ਜੁਐਲਰੀ ਗਈ ਹੈ, ਇੰਨਾ ਪੈਸਾ ਲੱਗਿਆ ਆ, ਉਹ ਕਮਿਸ਼ਨ ਤੇ ਡਿਸਾਈਡ ਨਹੀਂ ਕਰ ਸਕਦਾ ਓਕੇ, ਕਿ ਤੁਹਾਡਾ ਕਿੰਨਾ, ਤੁਹਾਡੀ ਜੁਐਲਰੀ ਵਾਪਸ ਗਈ ਆ ਕੀ ਹੈ, ਤਾਂ ਕੋਰਟ 'ਚ ਡਿਸਾਈਡ ਹੁੰਦਾ ਉਹ ਤਾਂ ਲਾਸਟ ਸਟੇਜ ਹੀ ਹੁੰਦੀ ਹੋਣੀ ਮੈਮ, ਤਾਂ divorce ਹੀ ਹੈ ਫਿਰ ਉਸ ਤੋਂ ਡਿਵੋਰਸ ਹੀ ਹੈ ਫਿਰ ਉਸ ਤੋਂ। ਸੋ ਇਹ ਜਿਹੜੇ ਕਈ ਕੋਰਟ ਕੇਸਿਸ ਚਲੇ ਜਾਂਦੇ ਨੇ ਬਿਕੋਜ਼ ਦੈਟ ਇਜ਼ ਬਿਯੋਂਡ ਅਸ, ਤੇ ਉਹ ਕੋਰਟ ਦੇ ਵਿੱਚ ਹੀ ਜਾਣੇ ਨੇ। ਠੀਕ ਹੈ। ਐਂਡ ਥਰਡਲੀ ਸਾਡੇ ਕੋਲ ਜਿਹੜੀ ਹੈਗੀ ਆ ਨਾ ਕਿ ਸੈਕਸ਼ੂਅਲ ਹੈਰੈਸਮੈਂਟ ਐਟ ਦਾ ਵਰਕਪਲੇਸ ਤੇ ਸੈਕਸ਼ੂਅਲ ਹੈਰੈਸਮੈਂਟ ਕਾਫੀ ਕੇਸਿਸ ਆਉਂਦੇ ਨੇ। ਇਹਦੇ ਅੰਦਰ ਯੰਗ ਗਰਲਸ ਕਾਫੀ ਨੇ। ਓਕੇ। ਯੰਗ ਗਰਲਸ ਕਿਵੇਂ ਹੁੰਦੀਆਂ ਨੇ, ਹੁਣ ਜਿਵੇਂ ਕਿਤੇ ਨੇ ਜੌਬ ਲੈਣ ਗਏ ਨੇ ਔਰ ਉਹਨਾਂ ਨੇ ਆਪਣੀ ਜੌਬ ਤਾਂ ਲੈ ਲਈ, ਆਪਣੀ ਜੌਬ ਸ਼ੁਰੂ ਕਰ ਲਈ ਹੈ ਬਿਕੋਜ਼ ਵੈਰੀ ਅਟਰੈਕਟਿਵ ਸੈਲਰੀ ਹੈ। ਓਕੇ। ਉਹ ਕਹਿੰਦੇ ਨਹੀਂ ਦੇਖੋ ਤੁਹਾਡਾ ਜਿਹੜਾ ਕੰਟਰੈਕਟ ਹੈ ਜੌਬ ਦਾ ਇਹ ਅਸੀਂ ਬਣਾ ਦੇਵਾਂਗੇ, ਤੁਸੀਂ ਇਦਾਂ ਕਰੋ ਸਾਈਨ ਕਰ ਦਿਓ ਪੇਪਰ ਤੇ, ਇਸੇ ਪੇਪਰ ਤੇ ਅਸੀਂ ਰਿਟਰਨ ਤੁਹਾਨੂੰ ਜੌਬ ਕੰਟਰੈਕਟ ਦੇ ਦਾਂਗੇ। ਠੀਕ ਹੈ। ਲੇਕਿਨ ਉਹ ਜੌਬ ਕੰਟਰੈਕਟ ਕਦੇ ਵੀ ਲਿਖਿਆ ਨਹੀਂ ਜਾਂਦਾ। ਓਕੇ। ਸੋ ਗਰਲਸ ਜਿਹੜੀਆਂ ਨੇ ਜਾਂ ਬॉयਜ਼ ਜਿੰਨੇ ਵੀ ਨੇ ਉਹ ਫਟਾਫਟ ਸ਼ੁਰੂ ਕਰਦੇ ਨੇ ਦੇਖ ਕੇ ਕਿ ਬੜੀ ਅਟਰੈਕਟਿਵ ਸੈਲਰੀ ਹੈ, ਤੇ ਲੇਕਿਨ ਜਿਹੜੇ ਉਹ ਪੇਪਰ ਸਾਈਨ ਕਰਵਾਏ ਗਏ ਨੇ ਤੁਹਾਡੇ ਕੋਲੋਂ ਬਲੈਂਕ ਕਿ ਤੁਹਾਡਾ ਜੌਬ ਕੰਟਰੈਕਟ ਲਿਖਿਆ ਜਾਏਗਾ ਇਹਦੇ ਉੱਤੇ, ਉਸ ਦੇ ਉੱਤੇ ਉਹ ਆਪਣੀਆਂ ਟਰਮਸ ਕੰਡੀਸ਼ਨਸ ਲਿਖ ਦਿੰਦੇ ਨੇ। ਓਕੇ। ਬੜੀਆਂ ਨੇ ਇਮੀਗ੍ਰੇਸ਼ਨ ਦੀਆਂ ਹੈਗੀਆਂ ਸੀਗੀਆਂ ਮੇਰੇ ਕੋਲ ਆਈਆਂ, ਜਿਹੜੀ ਇਮੀਗ੍ਰੇਸ਼ਨ ਏਜੰਸੀਜ਼ ਨੇ ਜਾਂ ਕੋਈ ਪ੍ਰਾਈਵੇਟ ਕਾਰਪੋਰੇਸ਼ਨਸ ਦੇ ਉੱਥੋਂ ਵੀ ਹੋਇਆ। ਉਹਦੇ ਅੰਦਰ ਜਿਹੜੇ ਬਾਅਦ ਦੇ ਵਿੱਚੋਂ ਦੇਖਦੇ ਹਾਂ ਅਸੀਂ ਕਿ ਜੋ ਸਾਈਨ ਕੀਤੇ ਹੋਏ ਪੇਪਰ ਹੈ ਉਹਦੇ ਉੱਤੇ ਲਿਖਿਆ ਹੋਇਆ ਕਿ ਜੋ ਵੀ ਟ੍ਰਾਂਜੈਕਸ਼ਨ ਹੈ ਕੰਪਨੀ ਦੀ ਜ਼ਿੰਮੇਵਾਰ ਇਹ ਕੁੜੀ ਹੈ ਜਾਂ ਇਹ ਲੜਕਾ ਹੈ। ਓਕੇ। ਠੀਕ ਹੈ, ਯਾਨੀ ਕਿ ਸਾਰੀ ਰਿਸਪੌਂਸਿਬਿਲਟੀ ਤੁਹਾਨੂੰ ਦੇਤੀ, ਕੋਈ ਵੀ ਐਨੀਥਿੰਗ ਗੋਜ਼ ਰੋਂਗ ਉਹ ਫੜੀ ਜਾਂਦੇ ਹੁਣ ਮੇਰੇ ਕੋਲ ਮੈਂ ਜੇਲ੍ਹ ਦਾ ਦੌਰਾ ਕਰਨ ਗਈ ਸੀ, ਉਸ ਜੇਲ੍ਹ ਦੇ ਅੰਦਰ ਆਈ ਸੌ ਯੰਗ ਗਰਲਸ, ਨੀਅਰਲੀ ਅਬਾਊਟ 30 ਆਫ them ਜੇਲ੍ਹ 'ਚ ਨੇ। ਓਕੇ। ਸੋ ਆਈ ਵਾਸ ਵੈਰੀ ਸਰਪ੍ਰਾਈਜ਼ ਕਿ ਇੰਨੀਆਂ ਯੰਗ ਕੁੜੀਆਂ ਕਿਉਂ ਨੇ। ਜਦੋਂ ਉਹਨਾਂ ਨਾਲ ਗੱਲਬਾਤ ਕਰਕੇ ਪਤਾ ਚੱਲਿਆ ਇਹੀ ਕੇਸ ਸੀਗਾ ਕਿ ਜੋ ਕੰਪਨੀ ਬੰਦ ਕਰਕੇ ਦੌੜ ਗਿਆ, ਇਮੀਗ੍ਰੇਸ਼ਨ ਦੀ ਸੀਗੀ, ਕਰੋੜਾਂ ਰੁਪਏ ਲੈ ਕੇ ਦੌੜ ਗਏ, ਸਾਨੂੰ ਫਸਾ ਕੇ ਚਲੇ ਗਏ। ਤੇ ਸਾਡਾ ਕੰਟਰੈਕਟ ਉਹਨਾਂ ਨੇ ਸਭ ਦੇ ਸਾਹਮਣੇ ਰੱਖਤਾ ਲੀਗਲੀ ਕਿ ਕੰਟਰੈਕਟ 'ਚ ਲਿਖਿਆ ਕਿ ਸ਼ੀ ਇਜ਼ ਰਿਸਪੌਂਸਿਬਲ। ਇਹ ਬਹੁਤ ਵੱਡੀ ਗੱਲ ਇਹਦੇ ਵਿੱਚ ਹੋ ਕੀ ਸਕਦਾ ਹੈ ਮੈਮ? ਹਾਂ, ਫਿਰ ਉਸ ਤੋਂ ਬਾਅਦ ਅਸੀਂ ਹੁਣ ਉਹ ਬੰਦੇ ਤੇ ਦੌੜ ਗਏ, ਚਲੋ ਇਹਨਾਂ ਦੇ ਉੱਤੇ ਪਰਚਾ ਹੋ ਗਿਆ, ਜੇਲ੍ਹ ਚੱਲ ਗਏ। ਜੇਲ੍ਹ ਨਹੀਂ ਗਏ ਹਲੇ, ਅੱਛਾ, ਉਹ ਸਟੈਂਡਿੰਗ ਹੈਗੇ ਨੇ ਬਿਲਕੁਲ। ਹੁਣ ਇਹ ਜਿਹੜੇ ਬੱਚੇ ਨੇ ਇਹ ਤੇ ਫਸ ਗਏ ਨਾ ਇਹਨਾਂ ਦੇ ਵਿੱਚ। ਫਿਰ ਅਸੀਂ ਇਹਨਾਂ ਦੇ ਤਰਫ ਤੋਂ ਸਰਕਾਰੀ ਵਕੀਲ ਕਰਕੇ ਜਾਂ ਅਗਰ ਉਹ ਆਪਣਾ ਵਕੀਲ ਕਰ ਸਕਦੇ ਉਹਨਾਂ ਤੋਂ ਕਰਵਾ ਕੇ ਫਿਰ ਇਹਨਾਂ ਦੀ ਅਸੀਂ ਜ਼ਮਾਨਤ ਵਗੈਰਾ ਲਈ ਪਾਉਂਦੇ ਹਾਂ। ਓਕੇ। ਠੀਕ ਹੈ, ਫਿਰ ਇਹਨਾਂ ਦਾ ਲੀਗਲ ਕੇਸ ਲੜਿਆ ਜਾਂਦਾ ਹੈ, ਉਹਨਾਂ ਚੋਂ ਬਰੀ ਕਰਵਾਇਆ ਜਾਂਦਾ ਹੈ। ਇਹ ਵੀ ਮਹਿਲਾ ਕਮਿਸ਼ਨ ਵੱਲੋਂ ਸਾਰਾ ਐਫਰਟ ਜਿਹੜਾ ਸੀ ਮੈਂ ਜੇਲ੍ਹ ਦੇ ਅੰਦਰ ਜਿਹੜੀ ਅਸੀਂ ਕਰਵਾਇਆ ਇਹ, ਉਹਦੇ ਅੰਦਰ 1-2 ਪ੍ਰੈਗਨੈਂਟ ਗਰਲਸ ਵੀ ਸੀਗੀਆਂ, ਦੇ ਵਰ ਨਾਟ ਇਨ ਅ ਪੋਜੀਸ਼ਨ ਕਿ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਜਾਂਦਾ। ਤੇ ਇਹ ਸਾਰਾ ਕਰਵਾਇਆ ਉਹਨਾਂ ਤੋਂ, ਵਕੀਲ ਦਾ ਬੰਦੋਬਸਤ ਕਰਵਾਇਆ, ਲੀਗਲ ਐਡਵਾਈਜ਼ਰਸ ਮੰਗਵਾਏ, ਉਹਨਾਂ ਦੇ ਪੇਰੈਂਟਸ ਨਾਲ ਗੱਲ ਕੀਤੀ, ਇਹ ਸਾਰਾ ਅੱਗੇ ਕਰਵਾਇਆ। ਮੈਮ ਕਈ ਵਾਰੀ ਇਦਾਂ ਵੀ ਹੁੰਦਾ ਹੈ, ਚਲੋ ਕਿਉਂਕਿ ਤੁਸੀਂ ਤਾਂ ਲਗਾਤਾਰ ਸਾਰੀਆਂ ਦੀ ਸੁਣਦੇ ਹੋ, ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਮੁੰਡਿਆਂ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਇਹ ਤਾਂ ਨਹੀਂ ਹੈ ਕਿ ਮੁੰਡੇ ਹੀ ਹਰ ਵਾਰ ਗਲਤ ਹੁੰਦੇ। ਠੀਕ ਹੈ, ਬਿਲਕੁਲ ਠੀਕ ਗੱਲ ਹੈ, ਇਹ ਤਾਂ ਨਹੀਂ, ਬਿਲਕੁਲ ਠੀਕ ਗੱਲ ਹੈ, ਕਿਉਂਕਿ ਕਈ ਵਾਰੀ ਲੜਕੀਆਂ ਨਾ ਐਡਵਾਂਟੇਜ ਵੀ ਉਠਾਉਂਦੀਆਂ ਨੇ। ਐਗਜ਼ੈਕਟਲੀ। ਠੀਕ ਹੈ, ਉਹ ਕਹਿੰਦੇ ਕਿ ਨਹੀਂ ਇਹਨਾਂ ਨੇ ਡਾਊਰੀ ਕੇਸ ਹੈਗਾ ਆ, ਇਹਨੇ ਮੈਨੂੰ ਕੁੱਟਿਆ ਮਾਰਿਆ। ਠੀਕ ਹੈ, ਪਰ ਐਕਚੁਅਲੀ ਉਹ ਖੁਦ ਹੀ ਆਊਟ ਆਫ ਮਤਲਬ ਇਹਨੂੰ ਛੱਡਣਾ ਚਾਹੁੰਦੀ ਹੈਗੀ ਆ, ਤਾਂ ਇਸ ਕੇਸ ਵਿੱਚ ਆ ਜਾਂਦੇ ਨੇ। ਪਰ ਜਦੋਂ ਇਹੋ ਜਿਹੇ ਕੇਸ ਆਉਂਦੇ ਨੇ ਨਾ ਪਤਾ ਲੱਗ ਜਾਂਦਾ ਹੈ। ਬਿਲਕੁਲ, ਕਿਉਂਕਿ ਤੁਸੀਂ ਤਾਂ ਮੋਸਟਲੀ ਕੇਸਿਸ ਹੈਂਡਲ ਕਰਦੇ ਹੋ, ਇਹ ਆਂਦੇ ਵੈਸੇ ਕੇਸਿਸ ਇਸ ਤਰ੍ਹਾਂ ਆਂਦੇ ਨੇ ਕਿਉਂਕਿ ਉਹ ਲੜਕਾ ਜਿਹੜਾ ਨਾ ਉਹ ਆ ਕੇ ਦੋਵਾਂ ਪਾਰਟੀਆਂ ਨੂੰ ਬੁਲਾਈਦਾ ਨਾ। ਮੈਂ ਕਦੇ ਵੀ ਇੱਕ ਪਾਰਟੀ ਨੂੰ ਬੁਲਾ ਕੇ ਨਹੀਂ ਸੁਣਦੀ, ਆਮਣੇ ਸਾਹਮਣੇ। ਓਕੇ। ਉਹ ਜਦੋਂ ਲੜਕਾ ਆਂਦਾ ਉਹਦੀ ਵੀ ਅੱਖਾਂ 'ਚ ਆਂਸੂ ਹੁੰਦੇ ਨੇ ਕਿ ਮੈਂ ਕੁਝ ਨਹੀਂ ਕੀਤਾ, ਇਹ ਮੈਨੂੰ ਜਾਣਬੁੱਝ ਕੇ ਕਰ ਰਹੀ ਹੈ। ਠੀਕ ਹੈ, ਉਹ ਕਹਿੰਦੀ ਮੈਂ ਮੈਡੀਕਲ ਕਰਵਾਇਆ, ਦੇਖੋ ਜੀ ਮੈਨੂੰ ਕੁੱਟਿਆ, ਮੇਰੇ ਸੱਟਾਂ ਲੱਗੀਆਂ ਨੇ, ਇਹ ਹੋਇਆ ਹੋਇਆ। ਪਰ ਜਦੋਂ ਅਸੀਂ ਉਸਦੀ ਜਾਣਕਾਰੀ ਅੱਗੇ ਵੈਰੀਫਾਈ ਕਰਦੇ ਹਾਂ, ਇਹ ਉਹ ਲੱਗਦਾ ਵੀ ਇਹ ਐਵੇਂ ਕਰਵਾਇਆ ਹੋਇਆ, ਫੇਕ ਹੈ। ਔਰ ਫਿਰ ਜਦੋਂ ਥੋੜੀ ਹੋਰ ਡੈਪਥ ਵਿੱਚ ਜਾਂਦੇ ਹੋ ਪਤਾ ਲੱਗ ਜਾਂਦਾ ਕਿ ਸਾਰਾ ਫੇਕ ਹੈ।
ਇਸ ਤਰ੍ਹਾਂ ਦੇ ਕੇਸਿਸ ਮੈਂ ਮੰਨਦੇ ਇੱਕ ਬੜਾ ਇੰਟਰਸਟਿੰਗ ਹੈ, ਮੈਂ ਵੀ ਕਵਰ ਕੀਤਾ ਸੀਗਾ ਕਿ ਕਈ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਆਉਂਦੀ ਹੈ ਮੈਮ, ਹਾਂਜੀ ਕੁੱਟਮਾਰ ਕੀਤੀ ਹੈ, ਉਹਦੇ 'ਚ ਤੁਸੀਂ ਐਕਸ਼ਨ ਵੀ ਲਿੱਤਾ ਹੈ, ਸੂਮੋਟੋ ਵੀ ਤੁਸੀਂ ਲਿਆ, ਆਈ ਕਵਰਡ ਦੈਟ ਟਾਈਮ। ਇਹ ਲਗਾਤਾਰ ਵੱਧ ਨਹੀਂ ਰਹੇ ਕੇਸਿਸ ਇਸ ਤਰ੍ਹਾਂ ਦੇ? ਸੀਸੀਟੀਵੀ ਆ ਰਹੇ ਹੈ, ਉਹ ਕੁੱਟਮਾਰ ਹੋ ਰਹੀ ਹੈ ਬੁਰੀ ਤਰ੍ਹਾਂ, ਦੇਖੋ ਮੈਨੂੰ ਲੱਗਦਾ ਮੁੰਡਾ ਆਪਣੀ ਮਦਰ ਨੂੰ ਕੁੱਟ ਰਿਹਾ ਹੈ, ਨੂੰ ਆਪਣੀ ਸੱਸ ਨੂੰ ਕੁੱਟ ਰਹੀ ਹੈ, ਇਸ ਤਰ੍ਹਾਂ ਦੀ। ਲੋਕਾਂ 'ਚ ਨਾ ਪੇਸ਼ੈਂਸ ਖਤਮ ਹੋ ਗਿਆ। ਹੂੰ ਹੁਣ ਜਿੱਦਾਂ ਨੂੰਹ ਤੇ ਸੱਸ ਦੀ, ਮੈਂ ਬੜੇ ਤੁਸੀਂ ਠੀਕ ਹੈ ਕਿ ਫੁਟੇਜ ਆਏ ਨੇ ਕਿ ਨੂੰਹ ਆਪਣੀ ਸੱਸ ਨੂੰ ਕੁੱਟ ਰਹੀ ਹੈ, ਬਾਲਾਂ ਤੋਂ ਘਸੀਟ ਰਹੀ ਹੈ, ਬਾਹਰ ਕੱਢ ਰਹੀ ਹੈ। ਐਗਜ਼ੈਕਟਲੀ। ਇਹ ਨਾ ਐਲਡਰਸ ਦੀ ਅਬਿਊਜ਼ ਜਿਹੜੀ ਹੈ ਇਹ ਬਹੁਤ ਵੱਧ ਗਈ ਹੈ। ਹੂੰ ਕਿਉਂਕਿ ਹੁਣ ਉਹ ਕਹਿੰਦੇ ਨੇ ਵਿਚਾਰੇ ਸਾਡੇ ਪੇਰੈਂਟ, ਮਤਲਬ ਅਸੀਂ ਸਾਰੇ ਪੈਸੇ ਦੇਤੇ, ਹੂੰ ਪ੍ਰਾਪਰਟੀ ਦੇਤੀ, ਸਭ ਕੁਝ ਦੇਤਾ, ਹੁਣ ਉਹ ਕਹਿੰਦੇ ਘਰੋਂ ਨਿਕਲ ਜਾਓ। ਤੇ ਡਾਟਰ ਇਨ ਲਾ ਸ਼ੀ ਡਸਨਟ ਵਾਂਟ ਟੂ ਕੀਪ ਦ ਪੇਰੈਂਟਸ ਹੋਮ। ਇਹ ਕੇਸਿਸ ਵਧੇ ਮੈਮ? ਬਹੁਤ ਜ਼ਿਆਦਾ ਵਧੇ ਨੇ। ਉਹਨਾਂ ਦੇ ਵਿੱਚ ਵੀ ਅਸੀਂ ਕੀ ਕਰਦੇ ਹਾਂ ਕਿ ਜਿਹੜੇ ਇਦਾਂ ਦੇ ਮੇਰੀ ਨਜ਼ਰ 'ਚ ਆਉਂਦੇ ਨੇ ਕੇਸਿਸ, ਮੈਂ ਡੀਸੀ ਨੂੰ ਤੇ ਐਸਡੀਐਮ ਸਾਹਿਬ ਨੂੰ ਨਾਲ ਮਿਲਾ ਕੇ ਐਲਡਰਸ ਦੀ ਜਿਹੜੇ ਸੀਨੀਅਰ ਐਕਟ ਜਿਹੜੇ ਹੁੰਦੇ ਨੇ ਉਹਨਾਂ ਦੇ ਤਹਿਤ ਅਸੀਂ ਜਿਹੜੇ ਪ੍ਰਾਪਰਟੀ ਦਿੱਤੀ ਹੈ ਉਹਨੂੰ ਰਿਵਰਸ ਕਰਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਉਹੀ ਪਹਿਲਾ ਪੁਆਇੰਟ ਤੁਹਾਡਾ ਬੜਾ ਵਾਜਿਬ ਸੀ ਕਿ ਜਿਹੜੇ ਵਿਰਧ ਆਸ਼ਰਮ ਹੈ ਬਿਲਕੁਲ ਉਹ ਵਧੇ ਨੇ। ਨੇ, ਔਰ ਇਹੀ ਕਾਰਨ ਹੈ ਸ਼ਾਇਦ ਬਹੁਤ ਵਧੇ ਨੇ। ਗੁਰਦੁਆਰਿਆਂ 'ਚ ਦੇਖੋ ਐਲਡਰਸ ਵਿਚਾਰੇ ਰੁਕੇ ਹੋਏ ਨੇ। ਮੈਂ ਉਹਨਾਂ ਨੂੰ ਬੜੀ ਦਾ ਪੁੱਛਿਆ, ਮੈਂ ਕਈਆਂ ਨੂੰ ਜਾ ਕੇ ਖੁਦ ਵੀ ਮਿਲ ਕੇ ਵੀ ਆਉਣੀ ਆ। ਮੈਮ ਇਜ਼ ਇਟ ਪੋਸੀਬਲ, ਜਿੱਦਾਂ ਤੁਸੀਂ ਕਿਹਾ ਕਿ ਪੇਰੈਂਟਸ ਨੇ ਆਪਣੇ ਬੱਚਿਆਂ ਦੇ ਨਾਂ ਸਾਰੀ ਪ੍ਰਾਪਰਟੀ ਕਰਤੀ, ਕੀ ਉਹ ਦੁਬਾਰਾ ਰਿਵਰਸ ਹੋ ਸਕਦੀ ਹੈ? ਹੋ ਸਕਦੀ ਹੈ। ਓਕੇ, ਇਹ ਵੀ ਪੁਆਇੰਟ ਹੈ। ਬਿਲਕੁਲ ਹੋ ਸਕਦੀ ਹੈ। ਔਰ ਕਿ ਇੱਕ ਸਟੇਟ ਹੈ, ਹੁਣ ਤੇਲੰਗਾਨਾ ਹੈ ਆਈ ਥਿੰਕ, ਉਹਨਾਂ ਨੇ ਤਾਂ ਇਹ ਵੀ ਕਰ ਦਿੱਤਾ ਕਿ ਜੇ ਬੱਚੇ ਮਾਂ-ਬਾਪ ਦੀ ਦੇਖਭਾਲ ਨਹੀਂ ਕਰਨਗੇ ਤਾਂ 15% ਆਫ देयर ਸੈਲਰੀ ਓਕੇ ਜਿਹੜੀ ਉਹ ਪੇਰੈਂਟਸ ਨੂੰ ਦਿੱਤੀ ਜਾਏਗੀ ਬਾਈ ਲਾਅ। ਯਾਨੀ ਕਿ ਬਾਈ ਲਾਅ ਹੋ ਗਿਆ। ਬਾਈ ਲਾਅ ਇਹ ਬੜਾ ਵਧੀਆ ਇਨੀਸ਼ੀਏਟਿਵ ਬਹੁਤ ਹੈ, ਅੱਛਾ ਹੈ। ਕਿਉਂਕਿ ਇਹਦੇ 'ਚ ਮਤਲਬ I appreciate ਇੱਕ ਡਰ ਵੀ ਲੱਗਾ ਰਹਿੰਦਾ ਹੈ ਪੇਰੈਂਟ ਉਹਦਾ, ਜਿਹੜੇ ਬੱਚਿਆਂ ਨੂੰ ਕਿ ਬਈ ਜੇ ਅਸੀਂ ਕੁੱਟਮਾਰ ਕੀਤੀ ਤਾਂ ਜਿਹੜਾ ਸ਼ੇਅਰ ਹੈ ਉਹ ਨਹੀਂ ਮਿਲੇਗਾ। ਮੈਂ ਤੁਹਾਨੂੰ ਇਹ ਕਹਿ ਲੇਕਿਨ ਜਿਹੜਾ ਰਿਵਰਸ ਦਾ ਤੁਸੀਂ ਕਿਹਾ, ਇਹ ਬੜਾ ਅਹਿਮ ਪੁਆਇੰਟ ਹੈ। ਇਹਦੇ 'ਚ ਲੀਗਲੀ ਕਿਸ ਤਰ੍ਹਾਂ ਮੈਮ ਥੋੜਾ ਜਿਹਾ ਸਮਝਾਉਣ ਦੀ? ਲੀਗਲ ਦੇ ਕੋਲ ਪਹਿਲਾਂ ਐਸਡੀਐਮ ਸਾਹਿਬ ਦੇ ਕੋਲ ਵੀ ਜਾਂਦੇ ਆ, ਡੀਸੀ ਸਾਹਿਬ ਕੋਲ ਵੀ ਜਾਂਦੇ ਆ। ਜਦੋਂ ਦੇਖਦੇ ਨੇ ਕਿ ਜੈਨੂਇਨਲੀ ਸਾਰੀ ਪ੍ਰਾਪਰਟੀ ਲੈ ਕੇ ਇਹਨਾਂ ਨੇ ਇਸ ਤਰੀਕੇ ਨਾਲ ਕਰਤਾ, ਫਿਰ ਕੋਰਟ ਪ੍ਰੋਸੀਜਿੰਗ ਸ਼ੁਰੂ ਹੁੰਦੀਆਂ ਨੇ। ਓਕੇ, ਤਾਂ ਇਸ ਤਰ੍ਹਾਂ ਦੇ ਕੇਸਿਸ ਹੋਏ ਕਿ ਰਿਵਰਸ ਹੋਈ ਅਸੀਂ ਹੈ? ਨਹੀਂ ਕਰ ਸਕਦੇ ਉਸ ਚੀਜ਼ ਨੂੰ, ਬਟ ਥਰੂ ਕੋਰਟ ਹੁੰਦਾ। ਉਹ ਇਹ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਕਰਵਾਉਂਦੇ ਨੇ। ਠੀਕ ਹੈ, ਥਰੂ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਉਹ ਜਾਏਗਾ, ਕੰਮ ਹੋਏਗਾ। ਔਰ ਇਹ ਕਰਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਕੁਝ ਵੀ ਐਗਜ਼ਾਮਪਲ ਸੈਟ ਇਨ ਵੀ ਕਰ ਦਿੰਦੇ ਹੋ ਨਾ, ਤੇ ਬਾਕੀਆਂ ਦੇ ਲਈ ਇੱਕ ਲੈਸਨ ਹੋ ਜਾਂਦਾ ਹੈ, ਇੱਕ ਲੈਸਨ ਹੁੰਦਾ ਹੈ ਕਿ ਅਸੀਂ ਇਹ ਨਹੀਂ ਕਰ ਸਕਦੇ। ਔਰ ਵੈਸੇ ਵੀ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਹੈ, ਪਾਲਿਆ, ਪੜਾਇਆ, ਤੁਹਾਨੂੰ ਚੱਲਣਾ ਸਿਖਾਇਆ, ਤੁਸੀਂ ਅੱਜ ਉਹਨਾਂ ਨੂੰ ਬੋਝ ਸਮਝਦੇ ਹੋ ਸਭ ਕੁਝ ਉਹਨਾਂ ਤੋਂ ਲੈ ਕੇ। ਤਾਂ ਮੈਨੂੰ ਲੱਗਦਾ ਕਿ ਮਤਲਬ ਇਸ ਤੋਂ ਜ਼ਿਆਦਾ ਘਿਨੌਣਾ ਕੰਮ ਹੀ ਨਹੀਂ ਕੋਈ ਹੋ ਸਕਦਾ। ਇਹ ਬੜਾ ਇੰਪੋਰਟੈਂਟ ਹੈ ਮੈਮ ਜਿੱਦਾਂ ਤੁਸੀਂ 7000 ਅਸੀਂ ਗੱਲ ਕਰ ਲਈ, ਬਹੁਤ ਵੱਡੀ ਰੇਸ਼ੋ ਹੈ। 7000 ਚ ਕਿਹੜੇ ਮੇਜਰ, ਕਿਉਂਕਿ 1200 ਚਲੋ ਪੈਂਡਿੰਗ ਹੈ, ਬਾਕੀ ਸਾਰੇ ਸ਼ਾਰਟ ਆਊਟ ਹੈ। ਕਾਉਂਸਲਿੰਗ ਹੋ ਗਈ, ਘਰ ਵੀ ਬਸ ਗਏ। ਕੋਸ਼ਿਸ਼ ਤਾਂ ਤੁਹਾਡੀ ਇਹੀ ਰਹਿੰਦੀ ਹੈ ਕਿ ਬਈ ਘਰ, ਕਿਹੜੇ ਮੇਜਰ ਕੇਸਿਸ ਜਿਹੜੇ ਹੈਗੇ ਤੁਹਾਨੂੰ ਯਾਦ ਹੋਏ, ਕੋਈ ਇਸ ਤਰ੍ਹਾਂ ਦਾ ਕੋਈ ਕੇਸ ਜੋ ਕਿ ਸ਼ਾਰਟ ਆਊਟ ਤੁਸੀਂ ਕਰਾਇਆ ਔਰ ਦਿਲ ਨੂੰ ਤਸੱਲੀ ਮਿਲੇ ਕਿ ਨਹੀਂ ਯਾਰ ਇਹ ਵਧੀਆ ਹੋਇਆ? ਦੇਖੋ ਕਈ ਕੇਸਿਸ ਹੈਗੇ ਨੇ ਕਿ ਤੁਹਾਡੇ ਦਿਲ ਨੂੰ ਇੰਨਾ ਝੰਜੋੜਦੇ ਨੇ, ਜਿਹੜੇ ਅੱਜ ਤੱਕ ਕਿ ਮਤਲਬ ਰਾਤ ਨੂੰ ਤੁਹਾਨੂੰ ਨੀਂਦ ਨਹੀਂ ਆਉਂਦੀ ਇਹ ਸੋਚ ਕੇ ਕਿ ਸੁਸਾਇਟੀ 'ਚ ਕੁਝ ਵੀ ਹੋ ਰਿਹਾ। ਐਗਜ਼ੈਕਟਲੀ, ਹੈ ਨਾ। ਮੇਰੇ ਕੋਲ ਹੈ ਕੇਸਿਸ ਹੈ, ਇੱਕ ਲੇਡੀ ਮੇਰੇ ਕੋਲ ਆਈ ਹੈ ਤੇ ਉਹ ਕਹਿੰਦੀ ਕਿ ਮੈਨੂੰ ਮੇਰੇ ਹਸਬੰਡ ਨੇ ਕੁੱਟ ਕੇ ਕੱਢ ਦਿੱਤਾ। ਮੇਰੀਆਂ 3 ਬੇਟੀਆਂ ਨੇ, ਹਸਬੰਡ ਸ਼ਰਾਬ ਸ਼ਰੂ ਵੀ ਪੀਂਦਾ, ਸਭ ਕੁਝ ਹੈ। ਤਿੰਨੋਂ ਬੇਟੀਆਂ ਉਹਨੇ ਆਪਣੇ ਕੋਲ ਰੱਖ ਲਈਆਂ ਨੇ ਤੇ ਮੈਨੂੰ ਘਰ ਕੱਢ ਦਿੱਤਾ। ਮੇਰੇ ਗੁਆਂਢੀਆਂ ਨੇ ਮੈਨੂੰ ਦੱਸਿਆ ਕਿ ਤੇਰੇ ਘਰ ਦੇ ਅੰਦਰ ਕੋਈ ਗਲਤ ਐਕਟੀਵਿਟੀ ਚੱਲ ਰਹੀ ਹੈ। ਮੇਰੇ ਹਸਬੰਡ ਮੇਰੀ ਬੇਟੀਆਂ ਤੋਂ ਹੀ ਗਲਤ ਕੰਮ ਕਰਵਾਉਂਦੇ ਨੇ ਤੇ ਪੈਸਾ ਕਰਦੇ ਨੇ। ਮੈਂ ਜਾ ਕੇ ਸ਼ਿਕਾਇਤ ਵੀ ਕੀਤੀ ਹੈ, ਲੋਕਾਂ ਨੂੰ ਵੀ ਅਪਰੋਚ ਕੀਤਾ, ਪੰਚਾਇਤ ਨੂੰ ਵੀ ਅਪਰੋਚ ਕੀਤਾ, ਮੇਰੀ ਕੋਈ ਸੁਣਵਾਈ ਨਹੀਂ ਹੈ। ਓਕੇ, ਮਤਲਬ ਹਾਊ ਇਜ਼ ਇਟ ਪੋਸੀਬਲ ਕਿ ਇੱਕ ਫਾਦਰ ਜਿਹੜਾ ਬੱਚਿਆਂ ਤੇ ਕੰਮ ਹੋ ਰਿਹਾ। ਇਹ ਬੜਾ ਮੇਰੇ ਕੋਲ ਇਹੋ ਜਿਹੇ ਥੋੜੇ ਬਹੁਤ ਕੇਸਿਸ ਆਏ ਨੇ ਜਿੱਥੇ ਕਿ ਫਾਦਰ ਖੁਦ ਰੇਪਿੰਗ ਅ ਚਾਈਲਡ ਔਰ ਉਸ ਤੇ ਅੱਗੇ ਜਾ ਕੇ ਆਪਣੀ ਬੇਟੀ ਨੂੰ ਇਹੋ ਜਿਹੇ ਕੰਮ 'ਚ ਵੀ ਪਾਉਂਦਾ, ਪੈਸੇ ਕਮਾਉਣ ਦੇ ਲਈ ਪਾਉਂਦਾ। ਮੇਰੇ ਕੋਲ ਇੱਕ ਇਹੋ ਜਿਹੇ ਵੀ ਕੇਸ ਆਏ ਨੇ ਜਿਹੜੇ ਕਿ ਬਹੁਤ ਹੀ ਪੜ੍ਹੀ ਲਿਖੀ, ਮੈਂ ਕਾਫੀ ਵਾਰੀ ਇਹਨੂੰ ਕੋਰਟ ਨੂੰ ਕਰਦੀ ਹਾਂ ਇਸ ਕੇਸ ਨੂੰ। ਸ਼ੀ ਇਜ਼ ਬਹੁਤ ਪੜ੍ਹੀ ਲਿਖੀ ਲੜਕੀ, ਇੱਕ ਛੋਟਾ ਜਿਹਾ ਬੱਚਾ, 1.5 ਮਹੀਨੇ ਦਾ ਬੱਚਾ ਲੈ ਕੇ ਆਪਣੇ ਨਾਲ ਮੇਰੇ ਕੋਲ ਕਮਿਸ਼ਨ ਚਾਹੀ ਸੀ ਕਿ ਮੈਨੂੰ ਘਰੋਂ ਮੇਰੇ ਹਸਬੰਡ ਨੇ ਕੱਢ ਦਿੱਤਾ। ਮਦਰ ਇਨ ਲਾਅ ਇਜ਼ ਨਾਟ ਲਿਸਨਿੰਗ ਟੂ ਮੀ। ਮੇਰੇ ਪੇਰੈਂਟਸ ਡੈਡ ਨੇ, ਹੈ ਨਹੀਂ ਗੇ, ਬ੍ਰਦਰ ਹੈ। ਤੇ ਮੈਂ ਬ੍ਰਦਰ ਨੂੰ ਕਾਲ ਕੀਤਾ ਕਿ ਮੇਰੇ ਨਾਲ ਇਹ ਹੋਇਆ, ਤੇ ਬ੍ਰਦਰ ਕਹਿੰਦਾ ਸੌਰੀ ਮੈਂ ਤੈਨੂੰ ਨਹੀਂ ਰੱਖ ਸਕਦਾ ਕਿਉਂਕਿ ਮੇਰੀ ਵਾਈਫ ਨੇ ਨਹੀਂ ਮੰਨਣਾ ਇਸ ਗੱਲ ਨੂੰ। ਠੀਕ ਹੈ, ਉਹਨੇ ਆਈ ਐਮ ਆਲ ਬਾਈ ਮਾਈ ਸੈਲਫ। ਆ ਮੇਰੇ ਕੋਲ ਛੋਟਾ ਜਿਹਾ ਬੱਚਾ, ਮੈਨੂੰ ਪਤਾ ਹੀ ਨਹੀਂ ਮੈਂ ਕਰਾਂ ਕੀ ਹੁਣ। ਉਹ ਬਿਲਕੁਲ ਇੱਕ ਸਿਚੁਏਸ਼ਨ ਹੀ ਡਿਫਰੈਂਟ ਹੈ। ਤੁਸੀਂ ਇਹ ਦੇਖੋ, ਮੈਨੂੰ ਇਹ ਸੀ ਕਿ ਚਲੋ ਰਿਸ਼ਤਿਆਂ ਦੇ ਵਿੱਚ ਨਾ ਭੈਣ ਭਰਾ ਕੰਮ ਆਉਂਦੇ ਨੇ। ਐਗਜ਼ੈਕਟਲੀ, ਕੋਈ ਵੀ ਪ੍ਰੋਬਲਮ ਹੋਵੇ ਰਿਸ਼ਤੇਦਾਰ ਆਪਣੇ ਕੰਮ ਤਾਂ ਆਉਂਦੇ ਰਿਸ਼ਤੇਦਾਰ ਕੰਮ ਨੇ, ਇਹ ਕੰਮ ਆਉਣਗੇ। ਬਿਲਕੁਲ। ਮਗਰ ਇਹੀ ਤੁਹਾਨੂੰ ਛੱਡ ਜਾਣ
ਤੇ ਤੁਸੀਂ ਅਸੀਂ ਕਿਹੜੇ ਸਮਾਜ 'ਚ ਰਹਿ ਰਹੇ ਹਾਂ, ਉਮੀਦ ਕੀ ਹੈ ਫਿਰ ਕਿਸੇ ਤੋਂ? ਕਿਹੜੇ ਸਮਾਜ 'ਚ ਰਹਿ ਰਹੇ ਹਾਂ ਅਸੀਂ, ਕਿਉਂ ਸਾਡੇ ਰਿਸ਼ਤੇ ਇੰਨੇ ਖਰਾਬ ਹੋ ਗਏ ਨੇ। ਫਿਰ ਇਸ ਕਰਕੇ ਜਦੋਂ ਉਹਨੂੰ ਮੈਂ ਉਹਦੇ ਨਾਲ ਗੱਲ ਕੀਤੀ, ਸਾਨੂੰ ਇੰਨਾ ਦੁੱਖ ਸੀ ਉਸ ਲੜਕੀ ਦਾ। ਸਭ ਤੋਂ ਪਹਿਲਾਂ ਤਾਂ ਛੋਟੇ ਬੱਚੇ ਲਈ ਅਸੀਂ ਖਾਣੇ ਪੀਣੇ ਦਾ ਮਤਲਬ ਮਿਲਕ ਵਗੈਰਾ, ਪਾਊਡਰ ਮਿਲਕ, ਇਸ ਤਰ੍ਹਾਂ ਜਿਹੜੇ ਕੇਸਿਸ ਆਉਂਦੇ ਫਿਰ ਤੁਸੀਂ ਚਲੋ ਇੱਕ ਹਿਊਮੈਨਿਟੀ ਵੀ ਹੁੰਦੀ ਹੈ। ਦੇਖੋ ਸਾਡੇ ਕੋਲ ਸਹੂਲਤਾਂ ਹੈਗੀਆਂ ਨੇ, 1 ਸਟਾਪ ਸੈਂਟਰ ਵੀ ਹੈਗੇ ਨੇ, ਅਸੀਂ ਉੱਥੇ ਹਫਤੇ ਲਈ ਰੱਖ ਲਾਂਗੇ, 5-10 ਦਿਨ ਰੱਖ ਲਾਂਗੇ, ਜ਼ਿਆਦਾ ਦੇਰ ਤਾਂ ਨਹੀਂ ਰੱਖ ਸਕਦੇ। ਲੇਕਿਨ ਫਿਰ ਇਹ ਹੈ ਕਿ ਲੌਂਗ ਟਰਮ ਨਹੀਂ ਹੁੰਦਾ, ਪਰ ਇਹੋ ਜਿਹੇ ਕੇਸਿਸ ਹੁੰਦੇ ਨੇ ਸੋਸਾਇਟੀ ਦੇ ਕਿ ਤੁਹਾਡੀ ਆਪਣੀ ਮੋਰਲ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਐਗਜ਼ੈਕਟਲੀ ਇਹਦੇ 'ਚ ਹੈਲਪ ਕਰਨ ਦੀ। ਅਸੀਂ ਉਹ ਲੜਕੀ ਨੂੰ ਇੱਥੇ ਪੀਜੀ ਰਖਵਾਇਆ ਕਿਸੇ ਦੇ ਘਰੇ, ਓਕੇ, ਸਾਰਾ ਰਾਸ਼ਨ ਪਾਣੀ ਵੀ ਪਵਾਇਆ। ਫਿਰ ਸੀਗਾ ਕਿ ਇਹ ਹੁਣ ਆਪਣਾ ਗੁਜ਼ਾਰਾ ਕਿਵੇਂ ਕਰੇਗੀ। ਖੈਰ ਪੜ੍ਹੀ ਲਿਖੀ ਲੜਕੀ ਸੀ, ਉਹਨੂੰ ਆਨਲਾਈਨ ਜੌਬ ਦਿਲਵਾਈ, ਉਹਨੂੰ ਲੈਪਟਾਪ ਦਿਵਾਇਆ, ਓਕੇ, ਤਾਂ ਕਿ ਉਹ ਘਰੇ ਬੈਠ ਕੇ ਥੋੜਾ ਜਿਹਾ ਧੀਰੇ ਧੀਰੇ ਆਪਣਾ ਜਿਹੜੀ ਲਾਈਫ ਅੱਜ ਮੈਨੂੰ ਬੜੀ ਖੁਸ਼ੀ ਹੁੰਦੀ ਉਹਨੂੰ ਦੇਖ ਕੇ। 1-1.5 ਸਾਲ ਹੋ ਚੁੱਕਿਆ ਸ਼ਾਇਦ ਉਹਨੂੰ ਮਿਲਦੀ ਹੈ, ਕਦੇ ਫੋਨ ਵੀ ਆਉਂਦਾ, ਕਦੇ 2 ਵਾਰੀ ਆਈ ਵੀ ਹੈ ਮਿਲਣ ਦੇ ਲਈ। ਓਕੇ, ਤੇ ਉਹ ਕਹਿੰਦੀ ਮੈਂ ਬਹੁਤ ਅੱਛਾ ਕਰ ਰਹੀ ਹਾਂ, ਆਨਲਾਈਨ ਮੇਰੀ ਹਲੇ ਜੌਬ ਹੈਗੀ ਹੈ ਤੇ ਮੈਂ ਐਟਲੀਸਟ ਅਬਾਊਟ 50 to 55,000 ਕਮਾ ਰਹੀ ਹਾਂ। ਠੀਕ ਹੈ। तो शी सर कि मैं हुण छोटा जिहा बच्चा मेरी वधा हो जाए, मैनू किसी क्रश च पा के या स्कूल च पा के मैं कोई प्रॉपर जॉब लै सकदी हां। ਇਹ ਚੀਜ਼ਾਂ ਬੜਾ मैं खुद ਉਹਦੇ ਬ੍ਰਦਰ ਨਾਲ ਗੱਲ ਕੀਤੀ ਹੈ ਕਿ ਇੰਨਾ ਕਿੰਨਾ ਖੂਨ ਸਫੇਦ ਹੋ ਗਿਆ। ਤੇਰੀ ਸਿਸਟਰ ਇੱਕ ਛੋਟੇ ਜਿਹੇ ਬੱਚੇ ਨੂੰ ਲੈ ਕੇ ਫਿਰਦੀ ਪਈ ਹੈ। ਕਹਿੰਦਾ ਮੈਂ ਜ਼ਿਆਦਾ ਤੋਂ ਜ਼ਿਆਦਾ 2-2.5 ਹਜ਼ਾਰ ਰੁਪਏ ਮਹੀਨੇ ਦਾ ਦੇ ਸਕਦਾ ਬਸ। ਮਤਲਬ ਇਹੀ ਫਾਈਨੈਂਸ਼ੀਅਲ ਹੈਲਪ ਬਸ ਰੱਖ ਨਹੀਂ ਸਕਦਾ, ਨਹੀਂ ਅਲਾਉਡ ਨਹੀਂ ਉਹਦੀ ਵਾਈਫ ਨੇ ਕੀਤਾ ਨਾ। ਔਰ ਦੇਖੋ ਗੱਲ ਇਹ ਹੈ ਕਿ ਇਹ ਕਹਿੰਦੀ ਮੇਰੇ ਫਾਦਰ ਦਾ ਘਰ ਜਿਹੜਾ ਪ੍ਰਾਪਰਟੀ ਕਹਿੰਦੇ ਨਾ ਕੁੜੀਆਂ ਦਾ ਬਰਾਬਰ ਦਾ ਹਿੱਸਾ ਹੁੰਦਾ, ਬਿਲਕੁਲ ਕੋਈ ਹਿੱਸਾ ਨਹੀਂ। ਕਹਿੰਦਾ ਮੈਂ ਉਹ ਘਰ ਵੇਚਦਾ। ਮੈਂ ਇਹ ਬੜਾ ਇੰਪੋਰਟੈਂਟ ਹੈ। ਔਰ ਮੈਮ ਨੇ ਜਿੱਦਾਂ ਬਤਾਇਆ ਕਿ ਕਿਸ ਤਰ੍ਹਾਂ ਡੋਮੈਸਟਿਕ ਵਾਇਲੈਂਸ ਹੋ ਗਿਆ, ਲਿਵਿੰਗ ਰਿਲੇਸ਼ਨ ਹੋ ਗਿਆ, ਜਿਹੜੇ ਸੀਸੀਟੀਵੀ ਫੁਟੇਜ ਆਉਂਦੇ ਹੈ ਪ੍ਰਾਪਰਟੀ ਨੂੰ ਲੈ ਕੇ ਹੋ ਗਿਆ, ਪ੍ਰਾਪਰਟੀ ਡਿਸਪਿਊਟ ਕੇ ਉਹਨੇ ਪ੍ਰਾਪਰਟੀ ਦੇਣ ਤੋਂ ਬਾਅਦ ਆਪਣੇ ਪੇਰੈਂਟਸ ਨੂੰ ਕੱਢਤਾ, ਵਿਰਧ ਆਸ਼ਰਮ ਜਿਹੜੇ ਹੈਗੇ ਉਹ ਵੱਧ ਗਏ। ਸਮਾਜ ਦੇ ਵਿੱਚ ਹੋ ਕੀ ਰਿਹਾ ਹੈ? ਬਹੁਤ ਜ਼ਰੂਰੀ ਹੈ ਕਿ ਅਵੇਅਰਨੈਸ, ਬਹੁਤ ਜ਼ਰੂਰੀ ਹੈ ਕਿ ਜਿਹੜੇ ਤੁਹਾਡੇ ਮਾਪੇ ਨੇ ਉਹਨਾਂ ਨੂੰ ਤੁਸੀਂ ਜੇਕਰ ਜਿੰਨਾ ਮਰਜ਼ੀ ਐਜੂਕੇਟਿਡ ਹੋ, ਜਿੰਨੀ ਮਰਜ਼ੀ ਵਧੀਆ ਜੌਬ ਕਰ ਰਹੇ ਹੋ, ਲੇਕਿਨ ਪੇਰੈਂਟਸ ਤੁਹਾਡੇ ਉਹਨਾਂ ਦੇ ਹੀ ਸਾਰੀ ਜਿਹੜੀ ਚੀਜ਼ਾਂ ਹੈ ਉਹਨਾਂ ਦੇ ਹੀ ਸਿਰ ਤੇ, ਯਾਨੀ ਕਿ ਉਹਨਾਂ ਨੇ ਹੀ ਤੁਹਾਨੂੰ ਸਾਰੇ ਪੈਰਾਂ 'ਚ ਖੜਾ ਕੀਤਾ ਮੈਮ। ਬਿਲਕੁਲ ਉਹਨਾਂ ਨੇ ਹੀ ਸਾਰੇ, ਉਹਨਾਂ ਦੀ ਬਦੌਲਤ ਹੀ ਅੱਜ ਵੀ ਸਾਡੇ ਪੇਰੈਂਟਸ ਦੀ ਬਦੌਲਤ ਅਸੀਂ ਬੈਠੇ ਹਾਂ, ਹਰ ਕੋਈ। ਲੇਕਿਨ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਜੋ ਕਿ ਕਹਿ ਸਕਦੇ ਹਾਂ ਚਿੰਤਾ ਦਾ ਵਿਸ਼ੇ। ਔਰ ਮੈਡਮ ਨੇ ਜਿੱਦਾਂ ਦੱਸਿਆ ਕਿ ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਾਉਂਸਲਿੰਗ ਕਰੀਏ, ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਵੀ ਆਪਸ 'ਚ ਤਕਰਾਰ ਹੈ, ਗੈਪ ਹੈ, ਉਸ ਨੂੰ ਕੋਸ਼ਿਸ਼ ਕਰਦੇ, ਲੇਕਿਨ ਮੋਸਟ ਆਫ ਦਾ ਕੇਸਿਸ ਕਈ ਵਾਰੀ ਨਹੀਂ ਹੁੰਦਾ ਤਾਂ ਉਸ ਨੂੰ ਫਿਰ ਕੋਰਟ ਕੇਸਿਸ ਦੇ ਥਰੂ ਜਿੱਦਾਂ ਵੀ ਉਹਨਾਂ ਦਾ ਜਿਹੜਾ ਛੁਟਕਾਰਾ ਹੁੰਦਾ ਹੈ ਜਾਂ ਫਿਰ ਜੋ ਵੀ ਡਿਵੋਰਸ ਹੁੰਦਾ ਜਾਂ ਬਹੁਤ ਸਾਰੀ ਚੀਜ਼ਾਂ ਨੇ। ਤਾਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜਲਾਲੀ ਗਿੱਲ ਜੀ ਨੇ ਕਿਸ ਤਰ੍ਹਾਂ ਦੀ ਸਾਰੀ ਜਾਣਕਾਰੀ ਦਿੱਤੀ। ਔਰ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ। ਹਾਲਾਂਕਿ ਬਹੁਤ ਸਾਰੀ ਲੰਬੀ ਚੌੜੀ ਚੀਜ਼ਾਂ ਨੇ, ਤੁਹਾਡੇ ਕੋਲ ਲਿਸਟ ਬਹੁਤ ਵੱਡੀ ਹੈ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੇ ਕੇਸਿਸ ਵਧ ਰਹੇ ਨੇ। ਹੁਣ ਜਿੱਦਾਂ ਮੈਮ ਨੇ ਕਿਹਾ ਕਿ 7000 ਤੋਂ ਵੀ ਜ਼ਿਆਦਾ ਜਿਹੜੇ ਕੇਸਿਸ ਹੈ ਅਸੀਂ 2 ਸਾਲ ਦੇ ਵਿੱਚ ਹੈਂਡਲ ਕੀਤੇ ਨੇ। 1200 ਹਾਲਾਂਕਿ 1200 ਅਜੇ ਪੈਂਡਿੰਗ ਹੈ, ਲੇਕਿਨ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਹੈ। ਔਰ ਬੜਾ ਦਿਲ ਵੀ ਦੁਖਦਾ ਹੈ ਕਿਸੇ ਦਾ ਘਰ ਨਾ ਜਿਹੜੇ ਘਰ ਜਿਹੜਾ ਹੈਗਾ ਬਚਾਉਣ ਦੀ ਵੀ ਕੋਸ਼ਿਸ਼ ਕਰਦੇ ਆ, ਲੇਕਿਨ ਲੋਕਾਂ ਦੇ ਵਿੱਚ ਹੁਣ ਪੇਸ਼ੈਂਸ ਨਹੀਂ ਹੈ। ਇਹ ਬਹੁਤ ਇੰਪੋਰਟੈਂਟ ਮੈਮ ਨੇ ਗੱਲ ਕਹੀ ਕਿ ਪੇਸ਼ੈਂਸ ਨਹੀਂ ਰਹੀ, ਯਾਨੀ ਕਿ ਸਿਰਫ ਮੈਂ ਹੀ ਮੈਂ, ਇੱਕ ਈਗੋ ਜਿਹੜੀ ਹੈਗੀ ਹੈ ਉਹ ਸਾਰਿਆਂ ਦੇ ਵਿੱਚ ਆ ਗਈ, ਚਾਹੇ ਉਹ ਮੈਨ ਹੋ ਚਾਹੇ ਉਹ ਵੂਮਨ ਹੋ, ਦੋ ਵੀ ਹੋਵੇ। ਲੇਕਿਨ ਬਹੁਤ ਜ਼ਰੂਰੀ ਹੈ ਕਿ ਘਰ ਨੂੰ ਬਣਾਉਣਾ, ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਕਰਨਾ, ਕਿਉਂਕਿ ਬੱਚੇ ਹੀ ਫੇਸ ਕਰਦੇ ਇਹ ਚੀਜ਼ਾਂ ਨੂੰ। ਦੇਖੋ ਮੈਂ ਇੱਕ ਲਾਸਟ ਇਹ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਵੂਮਨ ਸੇਫਟੀ ਐਂਡ ਡਿਗਨਿਟੀ ਇਹ ਨੈਗੋਸ਼ੀਏਬਲ ਨਹੀਂ ਹੈ। ਬਿਲਕੁਲ। ਜਸਟਿਸ ਇਜ਼ ਨਾਟ ਪ੍ਰਿਵਿਲੇਜ। ਬਿਲਕੁਲ। ਅਕਾਊਂਟੇਬਿਲਿਟੀ ਆਫ ਦ ਗਵਰਨੈਂਸ ਇਜ਼ ਮੋਰ ਇੰਪੋਰਟੈਂਟ। Let's not talk about and discuss only in the 4 walls. Yes. Let's step outside and see the reality, what the reality is, and governance has to give the accountability for that. ਇਹ ਬਹੁਤ ਜ਼ਰੂਰੀ ਹੈ ਕਿ ਅਕਾਊਂਟੇਬਿਲਿਟੀ ਜਿਹੜੀ ਹੈਗੀ ਉਹ ਫਿਕਸ ਹੋਣੀ ਚਾਹੀਦੀ ਹੈ। ਔਰ ਬੈਠ ਕੇ ਜਿਹੜੀ ਹੈਗੀ ਗੱਲਾਂ ਕਰਨਾ ਬਹੁਤ ਆਸਾਨ ਹੈ, ਬਿਲਕੁਲ ਸਹੀ, ਲੇਕਿਨ ਗਰਾਊਂਡ ਜ਼ੀਰੋ ਤੇ ਕੀ ਚੀਜ਼ਾਂ ਨੇ, ਗਰਾਊਂਡ ਜ਼ੀਰੋ ਤੇ ਕੀ ਹੋ ਰਿਹਾ, ਗਰਾਊਂਡ ਜ਼ੀਰੋ ਤੇ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਫੇਸ ਕਰਨਾ, ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਉਹਨੂੰ ਕਿਸ ਤਰ੍ਹਾਂ ਸੋਲਵ ਕਰਨਾ, ਉਹ ਬਹੁਤ ਜ਼ਰੂਰੀ ਹੈ।